है जी ਅਸੀਂ ਸਰਕਾਰ ਨੂੰ ਪਹੁੰਚਾ ਦਿੰਦੇ ਜੋ ਇਹਨਾਂ ਦੀ ਭਾਵਨਾ ਹੈ ਉਹਦੇ ਮੁਤਾਬਕ ਅਸੀਂ ਜਿਹੜਾ ਹੈਗਾ ਮਤਲਬ ਡਿਸੀਜਨ ਮੇਕਿੰਗ ਐਬਿਲਿਟੀ 'ਚ ਨਹੀਂ ਬਟ ਸਰਕਾਰ ਦੇ ਲੈਵਲ ਤੇ ਪਹੁੰਚਾਉਂਦੇ ਹਾਂ। पंजाब सरकार, चन्नी सरकार, चन्नी सरकार, चन्नी गप्पी, चन्नी गप्पी, पंजाब सरकार, साडे हक, साडे हक, साडे हक, पंजाब सरकार, मुर्दाबाद, पंजाब सरकार, मुर्दाबाद, पंजाब सरकार, मुर्दाबाद। सरकार के खिलाफ ਜਿਹੜੇ ਕਰੋਨਾ ਯੋਧਿਆਂ ਨੇ ਜਿਹੜਾ ਜੰਗ ਦਾ ਐਲਾਨ ਕੀਤਾ ਹੋਇਆ ਕਿਉਂਕਿ ਇਹਨਾਂ ਨੂੰ ਜਦੋਂ ਕਰੋਨਾ ਦਾ ਸਮਾਂ ਸੀਗਾ ਰੱਖਿਆ ਗਿਆ ਸੀਗਾ ਉਸ ਤੋਂ ਬਾਅਦ ਇਹਨਾਂ ਨੂੰ ਕੱਢ ਦਿੱਤਾ ਗਿਆ ਫਿਰ ਇਹਨਾਂ ਦੀ ਉਸੇ ਸਮੇਂ ਤੋਂ ਮੰਗ ਚੱਲੀ ਜਾਂਦੀ ਹੁਣ ਇਹਨਾਂ ਨੇ ਜਿਹੜੀ ਆਪਣੀ ਲੜਾਈ ਹੈ ਤੇਜ਼ ਕਰ ਦਿੱਤੀ ਹੈ। ਕੀ ਲੜਾਈ ਹੈ ਕਿ ਅੱਜ ਵੀ ਕੀ ਹੈਗਾ ਸਮੱਸਿਆ ਸਾਰੀ ਅੱਜ ਜਿਹੜੀ ਸਮੱਸਿਆ ਆ ਇਹ ਹੈ ਕਿ ਵੀ ਅਸੀਂ ਅੱਜ 2 ਘੰਟੇ ਦਾ ਪ੍ਰੋਟੈਸਟ ਰੱਖਿਆ ਆ ਸਾਰੇ ਰੋਡ ਬਲਾਕ ਕਰਨੇ ਆ ਕਿਉਂਕਿ ਪੂਰੇ ਪੰਜਾਬ 'ਚ ਚੱਲ ਰਿਹਾ ਕਿਉਂਕਿ ਅਸੀਂ ਜਿਹੜੇ ਆ 14 ਤੋਂ 15 ਸਾਲਾਂ ਦਾ ਤੱਕ ਹੋ ਗਏ ਆ ਕਿ ਵੀ ਅਸੀਂ ਕੰਮ ਠੇਕੇ ਤੇ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਇਹ ਪ੍ਰੋਟੈਸਟ ਹੋਰ ਵੀ ਤਿੱਖਾ ਹੋਏਗਾ ਕਿਉਂਕਿ ਅਸੀਂ 10 ਤੋਂ 15 ਸਾਲ ਹੋ ਗਏ ਆ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਆ ਕਿਉਂਕਿ ਮੇਨ ਇਹ ਆ ਕਿ ਵੀ ਸਾਡੀ 10 ਤੋਂ 15,000 ਤਨਖਾਹ ਆ ਜਾਂ ਕਿੱਦਾਂ ਵੀ ਆ ਔਰ ਜਿਹੜੇ ਪੜ੍ਹੇ ਲਿਖੇ ਆ PhD ਕੀਤੀ ਆ ਕਿਸੇ ਨੇ ਡਾਕਟਰ ਕੀਤਾ ਹੈ ਕੋਈ ਆਪਣੇ ਪੋਸਟ ਗ੍ਰੈਜੂਏਸ਼ਨ ਆ ਇਸ ਤਰ੍ਹਾਂ ਦੀਆਂ ਡਿਗਰੀਆਂ ਲੈ ਕੇ ਸਾਰੇ ਇੱਥੇ ਕੰਮ ਕਰ ਰਹੇ ਆ ਤੇ ਅਸੀਂ ਕਰੋਨਾ ਕਾਲ ਦੇ ਵਿੱਚ ਵੀ ਵੱਧ ਚੜ੍ਹ ਕੇ 12 ਘੰਟੇ ਡਿਊਟੀਆਂ ਦਿੱਤੀਆਂ ਸ਼ਨੀ ਐਤਵਾਰ ਵੀ ਲਗਾਤਾਰ ਅਸੀਂ ਲਾਏ ਆ ਡਿਊਟੀਆਂ ਕਰਦੇ ਰਹੇ ਆ ਤੇ ਸਾਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਅਸੀਂ ਆਪਣੇ ਬੱਚਿਆਂ ਦੇ ਵਿੱਚ ਕਦੋਂ ਜਾਣਾ ਹੈਗਾ ਤੇ ਅਸੀਂ ਉਹਨਾਂ ਬੱਚਿਆਂ ਤੋਂ ਦੂਰ ਰਹਿ ਕੇ ਵੀ ਕੰਮ ਸਾਰਾ ਕੀਤਾ ਅਸੀਂ ਆਪਣੇ ਨਿਰਸਵਾਰਥ ਅਸੀਂ ਆਪਣੀਆਂ ਸੇਵਾਵਾਂ ਨਿਭਾਈਆਂ ਪਰ ਸਰਕਾਰ ਨੇ ਸਾਡਾ ਕੋਈ ਵੀ ਮੁੱਲ ਨਹੀਂ ਪਾਇਆ ਤੇ ਸਰਕਾਰ ਸਾਨੂੰ ਇਹ ਵੀ ਕਹਿੰਦੀ ਸੀ ਕਿ ਤੁਸੀਂ ਆਪਣੀਆਂ ਸੇਵਾਵਾਂ ਚੰਗੇ ਤਰੀਕੇ ਨਾਲ ਦਿਓ ਕਰੋਨਾ ਕਾਲ 'ਚ ਅਸੀਂ ਤੁਹਾਨੂੰ ਬਾਅਦ 'ਚ ਪੱਕੇ ਵੀ ਕਰਾਂਗੇ ਪਰ ਉਹ ਵੀ ਸਾਡਾ ਸੇਵਾਵਾਂ ਦੇਣ ਦੇ ਬਾਵਜੂਦ ਵੀ ਅਸੀਂ ਕਰੋਨਾ ਕਾਲ ਦੇ ਵਿੱਚ ਇੰਨੀਆਂ ਸੇਵਾਵਾਂ ਦੇਣ ਦੇ ਬਾਵਜੂਦ ਵੀ ਸਾਡਾ ਕੋਈ ਵੀ ਨਹੀਂ ਮੁੱਲ ਨਹੀਂ ਪਾਇਆ ਤੇ ਉਹ ਆਪਣੇ ਵਾਅਦੇ ਤੋਂ ਵੀ ਮੁੱਕਰ ਰਹੀ ਆ ਤੇ ਇਸ ਕਰਕੇ ਸਾਡਾ ਪੂਰੇ ਪੰਜਾਬ 'ਚ ਇਹ ਪ੍ਰੋਟੈਸਟ ਚੱਲ ਰਿਹਾ ਆ ਤੇ ਆਉਣ ਵਾਲੇ ਸਮੇਂ 'ਚ ਵੀ ਇਹ ਚੱਲਦਾ ਰਹੇਗਾ ਜਦ ਤੱਕ ਸਰਕਾਰ ਸਾਨੂੰ ਇਹ ਪੱਕੇ ਨਹੀਂ ਕਰਦੀ ਤੇ ਨਾਲ ਇਕੁਅਲ ਪੇ ਇਕੁਅਲ ਵਰਕ ਨਹੀਂ ਦਿੰਦੀ। ਜਦੋਂ ਤੁਸੀਂ ਪਹਿਲਾਂ ਵੀ ਸਰਕਾਰ ਨੇ ਅਸਲ 'ਚ ਤੁਹਾਡੇ ਨਾਲ ਕੀ ਵਾਅਦੇ ਕੀ ਕੀਤੇ ਸੀ ਹੁਣ ਮੁੱਕਰਦੀ ਕਿਉਂ ਮੁੱਕਰਦੀ ਜਿੱਦਾਂ ਵੀ ਆ ਸਰਕਾਰ ਸਾਨੂੰ ਇਹ ਕਹਿੰਦੀ ਆ ਕਿ ਵੀ ਤੁਸੀਂ ਆਪਣੇ ਤੁਹਾਨੂੰ ਅਸੀਂ ਪੱਕਾ ਕਰਾਂਗੇ ਤੁਹਾਨੂੰ ਜਿੱਦਾਂ ਤੁਹਾਡੇ ਤੁਸੀਂ ਸੇਵਾਵਾਂ ਕਰੋਨਾ ਕਾਲ ਦੇ ਵਿੱਚ ਵੱਧ ਚੜ੍ਹ ਕੇ ਕੰਮ ਕਰ ਰਹੇ ਆ ਕਿਉਂਕਿ ਉਸ ਸਮੇਂ ਕੋਈ ਵੀ ਆਮ ਇਨਸਾਨ ਘੁੰਮ ਨਹੀਂ ਸਕਦਾ ਅਸੀਂ ਪਤਾ ਨਹੀਂ ਕਿੱਥੋਂ ਇਹ ਜਾ ਕੇ ਕਿੰਨੇ ਕਿਲੋਮੀਟਰ ਤੋਂ ਦੂਰ ਜਾ ਕੇ ਅਸੀਂ ਆਪਣੇ ਸਟੇਸ਼ਨਾਂ ਤੇ ਪਹੁੰਚਦੇ ਸੀ ਤੇ ਘਰੋਂ ਆਮ ਜਨਤਾ ਨੂੰ ਜਿਨ੍ਹਾਂ ਨੂੰ ਕਰੋਨਾ ਹੋ ਜਾਂਦਾ ਸੀਗਾ ਉਹਨਾਂ ਨੂੰ ਹਸਪੀਟਲਾਂ 'ਚ ਲੈ ਕੇ ਆਉਣਾ ਤੇ ਅਸੀਂ ਉਹਨਾਂ ਦੀਆਂ ਸੇਵਾਵਾਂ ਨਿਭਾ ਰਹੇ ਸੀ ਪਰ ਸਰਕਾਰ ਨੇ ਇਹ ਕਿਹਾ ਕਿ ਵੀ ਤੁਸੀਂ ਕੰਮ ਕਰੋ ਤੁਹਾਨੂੰ ਪੱਕੇ ਵੀ ਕਰਾਂਗੇ ਤੁਹਾਨੂੰ ਬਣਦਾ ਮਾਣ ਪੱਤਾ ਵੀ ਦੇਵਾਂਗੇ ਪਰ ਸਰਕਾਰ ਨੇ ਪਤਾ ਨਹੀਂ ਕੀ ਗੱਲ ਆ ਕਿ ਵੀ ਸਾਡੇ ਜਿਹੜੇ ਆ ਇਸ ਕੰਮ ਨੂੰ ਅਣਗੌਲਿਆ ਹੀ ਕਰੀ ਜਾ ਰਹੀ ਆ ਤੇ ਨਾ ਸਾਨੂੰ ਸੇਵਾਵਾਂ ਪੱਕਾ ਕਰ ਰਹੀ ਆ ਤੇ ਇਹਨੇ ਪੰਜਾਬ ਸਰਕਾਰ ਨੇ ਹੁਣ ਨਵਾਂ ਇੱਕ 36,000 ਮੁਲਾਜ਼ਮ ਪੱਕੇ ਕਰਨੇ ਦਾ ਦਿੱਤਾ ਆ ਉਹਦੇ ਵਿੱਚ ਵੀ ਸਾਡਾ ਨਾਂ ਨਹੀਂ ਹੈਗਾ ਕਿਉਂਕਿ ਉਹ ਵੀ ਇੱਕ ਪਤਾ ਨਹੀਂ ਹੈਗਾ ਕਿਸ ਕੈਟਾਗਰੀ ਨੂੰ ਪੱਕਾ ਕੀਤਾ ਕਿਸ ਨੂੰ ਨਹੀਂ ਕੀਤਾ ਉਹ ਵੀ ਐਵੇਂ ਦਿਖਾਵਾ ਹੀ ਆ ਬਾਅਦ ਐਲਾਨੇ ਕੀਤਾ ਪੱਕਾ ਕਿਸੇ ਨੂੰ ਨਹੀਂ ਕੀਤਾ ਆ ਜਿਹੜੀ ਉਹਦੇ ਵਿੱਚ ਕਲੀਅਰ ਕੁਝ ਨਹੀਂ ਹੈਗਾ ਕੁਝ ਕਲੀਅਰ ਨਹੀਂ ਹੈਗਾ ਉਹਦੇ 'ਚ ਉਹ 36,000 ਦੇ ਵਿੱਚ ਇਹੀ ਨਹੀਂ ਸ਼ੋ ਹੁੰਦਾ ਉਹਦੇ ਵਿੱਚ ਨਾ ਕਾਰਪੋਰੇਸ਼ਨ ਵਾਲੇ ਆ ਨਾ ਸੈਂਟਰ ਸਪਾਂਸਰ ਸਕੀਮਾਂ ਵਾਲੇ ਆ ਨਾ ਕੋਈ ਡੇਲੀ ਬੇਸਿਸ ਵਾਲੇ ਆ ਉਹ ਕੋਈ ਪੱਕਾ ਨਹੀਂ ਕੀਤਾ ਉਹ ਸਰਕਾਰ ਇੱਕ ਆਪਣੀਆਂ ਕੰਡੀਸ਼ਨਾਂ ਲਾ ਕੇ ਇੱਕ ਜਨਤਾ ਨੂੰ 36,000 ਦਾ ਅੰਕੜਾ ਦੇ ਕੇ ਤੇ ਉਹ ਆਪਣਾ ਦਿਖਾਵਾ ਕਰ ਲਿਆ ਤੇ ਬੋਰਡ ਬੜੇ ਲਗਾਤੇ ਲੱਖਾਂ ਰੁਪਈਆ ਦੀ ਐਡਵਰਟਾਈਜ਼ਮੈਂਟ ਲਾਤੀਆਂ ਪਰ ਉਹਦੇ ਵਿੱਚ ਇੱਕ ਵੀ ਬੰਦਾ ਪੱਕਾ ਨਹੀਂ ਹੋ ਸਕਦਾ ਜਿਸ ਹਿਸਾਬ ਨਾਲ ਉਹਨੇ ਕੰਡੀਸ਼ਨਾਂ ਲਗਾਈਆਂ ਹੋਈਆਂ ਆ ਜਿਸ ਤਰ੍ਹਾਂ ਹੁਣ ਕਿਹਾ ਜਾ ਰਿਹਾ ਜਿਹੜਾ ਦੁਬਾਰਾ ਤੋਂ ਜਿਹੜਾ ਕਰੋਨਾ ਦਾ ਜਿਹੜਾ ਖਤਰਾ ਮੰਡਰਾ ਰਿਹਾ ਉਹਦੇ ਲਈ ਤੁਹਾਡੇ ਨਾਲ ਕੀ ਹਦਾਇਤਾਂ ਤੇ ਉਹ ਕਿੱਦਾਂ ਤੁਸੀਂ ਤਾਲਮੇਲ ਕਰੋਗੇ? ਅਸੀਂ ਅੱਗੇ ਵੀ ਕਰੋਨਾ ਕਾਲ ਦੇ ਵਿੱਚ ਕੰਮ ਕਰਦੇ ਆਏ ਆ ਪਰ ਜੇ ਸਰਕਾਰ ਸਾਡੀ ਨਹੀਂ ਸੁਣੂਗੀ ਤਾਂ ਅਸੀਂ ਉਹ ਫਿਰ ਜਿੱਦਾਂ ਧਰਨੇ ਤੇ ਚੱਲਦੇ ਆ ਅਸੀਂ ਇਸੇ ਹਿਸਾਬ ਨਾਲ ਚੱਲਾਂਗੇ ਪਰ ਜੇ ਸਾਡੀ ਸਰਕਾਰ ਸਾਡੀ ਮੰਨਦੀ ਆ ਸਾਡੀਆਂ ਸਾਨੂੰ ਪੱਕੇ ਕਰਦੀ ਆ ਤੇ ਸਾਨੂੰ ਇਕੁਅਲ ਪੇ ਦਿੰਦੀ ਆ ਤਾਂ ਅਸੀਂ ਅੱਗੇ ਵੀ ਸੇਵਾ ਕਰਦੇ ਆ ਹੁਣ ਵੀ ਸੇਵਾ ਕਰਦੇ ਆ ਅਸੀਂ ਕਿਸੇ ਤੋਂ ਪਿੱਛੇ ਨਹੀਂ ਭੱਜਦੇ ਹੈਗੇ ਪਰ ਅਸੀਂ ਸ਼ਨੀ ਐਤਵਾਰ ਦਿਨ ਰਾਤ ਲਾ ਕੇ ਸੇਵਾ ਕਰਨ ਨੂੰ ਤਿਆਰ ਆ ਪਰ ਸਰਕਾਰ ਸਾਡੀ ਸੁਣੇ ਤਾਂ ਸਹੀ ਸੁਣਦੀ ਨਹੀਂ ਜਦੋਂ ਤਾਂ ਅਸੀਂ ਫਿਰ ਹਾਰ ਕੇ ਅਸੀਂ ਸੜਕਾਂ ਤੇ ਆਏ ਆ ਇਸ ਕਰਕੇ ਤੇ ਕਿੱਟਾਂ ਪਾਈਆਂ ਹੋਈਆਂ
ਇਹ ਕਿੱਟਾਂ ਜਿਹੜੀਆਂ ਪਾਈਆਂ ਤੁਸੀਂ ਦੇਖਦੇ ਪਿਓ, ਇਹਨਾਂ ਦੇ ਵਿੱਚ ਸਾਹ ਲੈਣਾ ਵੀ ਔਖਾ ਹੋ ਜਾਂਦਾ ਜਿਸ ਟਾਈਮ ਇਹਨਾਂ ਨੇ ਆਈਸੋਲੇਸ਼ਨ ਵਾਰਡਾਂ ਦੇ ਵਿੱਚ ਡਿਊਟੀਆਂ ਕੀਤੀਆਂ, ਕੰਮ ਕੀਤਾ ਸਰਕਾਰ ਲਈ, ਲੋਕਾਂ ਲਈ ਕੰਮ ਕੀਤਾ, ਲੋਕਾਂ ਨੂੰ ਬਚਾਉਣ ਲਈ ਕੰਮ ਕੀਤਾ। ਹੁਣ ਫਿਰ ਕਰੋਨਾ ਕਾਲ ਦਾ ਡਰ ਥੋੜਾ ਜਿਹਾ ਸਰਕਾਰ ਨੂੰ ਸਤਾ ਰਿਹਾ। ਇਹ ਲੋਕ ਜਿਹੜੇ ਤੁਸੀਂ ਦੇਖਦੇ ਪਿਓ ਕਰੋਨਾ ਕਿੱਟਾਂ ਪਾ ਕੇ ਇਦਾਂ ਦੇ ਘੱਟੋ ਘੱਟ ਨਹੀਂ ਤੇ ਸਾਡੇ 100 ਤੋਂ ਵੱਧ ਮੁਲਾਜ਼ਮ ਜਿਹੜੇ ਸ਼ਹੀਦ ਹੋ ਗਏ ਡਿਊਟੀਆਂ ਦਿੰਦੇ ਹੋਏ, ਤੇ ਉਹਨਾਂ ਦੇ ਘਰਦਿਆਂ ਨੂੰ ਕੋਈ ਮੁਆਵਜ਼ਾ ਨਹੀਂ। ਜੇ ਇੱਕ ਮੁਲਾਜ਼ਮ ਮੁਆਵਜ਼ਾ ਲੈਣ ਜਾਂਦਾ ਤੇ ਉਹਨੂੰ ਉਹ ਰਗੜਿਆ ਜਾਂਦਾ, ਇੰਨੀ ਦੇਰ ਲਟਕਾਇਆ ਜਾਂਦਾ, ਕੋਈ ਉਹਨਾਂ ਨੂੰ ਸਹੂਲਤ ਨਹੀਂ ਹੈ। ਹੁਣ ਇੰਨੀਆਂ ਘੱਟ ਤਨਖਾਹਾਂ ਦੇ ਵਿੱਚ ਕੰਮ ਕਿੰਨੀ ਦੇਰ ਬੰਦਾ ਸਹਾਰ ਸਕਦਾ? ਹਾਰ ਕੇ ਇਹਨਾਂ ਨੂੰ ਸੜਕਾਂ ਤੇ ਉਤਰਨਾ ਪਿਆ। ਸਰਕਾਰ ਨੂੰ ਇਹ ਸਮਝਣਾ ਚਾਹੀਦਾ ਵੀ ਹੁਣ ਜਿਹੜੀ ਸਥਿਤੀ ਫਿਰ ਬਣਨ ਨੂੰ ਆ ਸਕਦੀ ਹੈ ਵੀ ਇਹੀ ਤੁਹਾਡੇ ਯੋਧੇ ਨੇ, ਕਿਹਨੇ ਕੰਮ ਆਣਾ? ਇਹਨਾਂ ਨੇ ਹੀ ਕੰਮ ਆਣਾ। ਇਹ ਤੁਹਾਡੇ ਬੱਚੇ ਆ, ਇਹ ਤੁਹਾਡੇ ਲਈ ਕੰਮ ਕਰਦੇ ਪਿਆ। ਸਰਕਾਰ ਨੇ ਜਿਹੜਾ 36000 ਮੁਲਾਜ਼ਮਾਂ ਦਾ ਪੱਕਾ ਕਰਨ ਦਾ ਐਲਾਨ ਕੀਤਾ, ਮੇਰੀ ਚੰਨੀ ਸਾਹਿਬ ਨੂੰ ਇਹ ਬੇਨਤੀ ਹੈ, ਤੁਸੀਂ 36000 ਮੁਲਾਜ਼ਮਾਂ ਨੂੰ ਸੋਚਦੇ ਪਿਓ, ਤੁਸੀਂ ਇਹ ਨਹੀਂ ਦੇਖਿਆ ਵੀ ਕਿੰਨੀ ਇੰਪੋਰਟੈਂਟ ਜਿਹੜੀ ਹੈ ਹੈਲਥ ਸਰਵਿਸਿਜ਼ ਨੇ। ਸਿਹਤ ਹੈ, ਸਿਹਤਾਂ ਲੋਕਾਂ ਨੂੰ ਤੁਸੀਂ ਦਿਓਗੇ ਤੇ ਲੋਕੀ ਜਿੰਦੇ ਰਹਿਣਗੇ ਤੇ ਤੁਹਾਡਾ ਦੇਸ਼ ਚੱਲੂਗਾ। ਜੇ ਇਹਨਾਂ ਨੂੰ ਤੁਸੀਂ ਨਹੀਂ ਪੱਕੇ ਕਰੋਗੇ ਤੇ ਤੁਸੀਂ ਕਿੱਥੇ ਜਾਓਗੇ? ਸਭ ਤੋਂ ਪਹਿਲਾਂ 36000 ਦੇ ਵਿੱਚ ਤੁਹਾਨੂੰ 12000 ਮੁਲਾਜ਼ਮ ਸਿਹਤ ਮਹਿਕਮੇ ਦਾ ਪੱਕਾ ਕਰਨਾ ਚਾਹੀਦਾ ਸੀ, ਜੋ ਪਹਿਲੀ ਡਿਮਾਂਡ ਸੀ। ਉਸ ਤੋਂ ਬਾਅਦ ਐਜੂਕੇਸ਼ਨ ਆਂਦੀ ਹੈ, ਉਸ ਤੋਂ ਬਾਅਦ ਤੁਹਾਨੂੰ ਐਜੂਕੇਸ਼ਨ ਡਿਪਾਰਟਮੈਂਟ ਦੇ ਪੱਕੇ ਕਰਨੇ ਚਾਹੀਦੇ ਸੀ। ਤੁਸੀਂ ਐਵੇਂ ਜੁਮਲੀਆਂ ਛੱਡ ਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਦਾ ਫਾਇਦਾ ਕੀ ਹੈ? ਉਹਦਾ ਫਾਇਦਾ ਕੀ? ਉਹਦਾ ਫਾਇਦਾ ਤੁਹਾਡੇ ਸਾਹਮਣੇ ਨਜ਼ਰ ਆਉਂਦਾ ਪਿਆ। ਸਾਰੀ ਜਨਤਾ ਸੜਕਾਂ ਤੇ ਬਹਿ ਗਈ ਹੈ, ਕਿਸੇ ਨੂੰ ਸ਼ੌਂਕ ਨਹੀਂ, ਸਾਨੂੰ ਕੋਈ ਸ਼ੌਂਕ ਨਹੀਂ, ਇਹਨਾਂ ਨੂੰ ਕੋਈ ਸ਼ੌਂਕ ਨਹੀਂ। ਇਹ ਚੰਗੇ ਪੜ੍ਹੇ ਲਿਖੇ ਬੰਦੇ ਆ ਜਿਹੜੇ ਘਰੋਂ ਆਪਣੀਆਂ ਡਿਊਟੀਆਂ ਕਰਨ ਆਏ ਆ, ਪੜ੍ਹ ਲਿਖ ਕੇ ਡਾਕਟਰਾਂ ਦੀਆਂ ਵਰਦੀਆਂ ਪਾ ਕੇ ਇਹ ਜੌਬ ਕਰਦੇ ਆ। ਇਹਨਾਂ ਨੂੰ ਸੜਕਾਂ ਤੇ ਆਉਣ ਦੀ ਲੋੜ ਆ? ਸ਼ਰਮ ਆਣੀ ਚਾਹੀਦੀ ਸਰਕਾਰ ਨੂੰ। ਇਹ ਸੜਕਾਂ ਤੇ ਬੈਠੇ ਆ ਤੇ ਇੰਨੀ ਦੇਰ ਹੋ ਗਈ, 15 20 25 ਦਿਨ ਹੋ ਗਏ ਨੇ, ਹਲੇ ਤੱਕ ਸੜਕਾਂ ਤੇ ਬੈਠੇ ਆ। ਸਰਕਾਰ ਤੱਕ ਜੂੰ ਤੱਕ ਨਹੀਂ ਰਿੜਕਦੀ ਵੀ ਇਹਨਾਂ ਨੂੰ ਐਮਰਜੈਂਸੀ ਇਹਨਾਂ ਦੀ ਸਾਰ ਲਈਏ, ਆਈਏ, ਇਹਨਾਂ ਨੂੰ ਕਹੀਏ ਵੀ ਤੁਸੀਂ ਬੈਠੋ। ਸਰਕਾਰ ਨੂੰ ਤੇ ਬਹਿਣ ਦਾ ਮੌਕਾ ਹੀ ਨਹੀਂ ਸੀ ਦੇਣਾ ਚਾਹੀਦਾ। ਤੇ ਸਾਡੀ ਸਾਰੇ ਮੀਡੀਆ ਥਰੂ, ਸਾਰੀ ਪਬਲਿਕ ਥਰੂ ਇਹੀ ਬੇਨਤੀ ਹੈ, ਸਾਡਾ ਕਿਸੇ ਨੂੰ ਕੋਈ ਪਰੇਸ਼ਾਨ ਕਰਨ ਦਾ ਕੋਈ ਮਕਸਦ ਨਹੀਂ। ਅਸੀਂ ਤਾਂ ਸਾਰਿਆਂ ਦੀ ਸੇਵਾਵਾਂ ਵਿੱਚ ਹਮੇਸ਼ਾ ਹਾਜ਼ਰ ਹਾਂ। ਅੱਗੇ ਜੇ ਕੋਈ ਇਦਾਂ ਦੀ ਸਥਿਤੀ ਬਣਦੀ ਹੈ, ਅਸੀਂ ਹਾਜ਼ਰ ਰਵਾਂਗੇ, ਦ੍ਰਿੜਤਾ ਨਾਲ ਕੰਮ ਕਰਾਂਗੇ, ਲੋਕਾਂ ਦੀਆਂ ਜਾਨਾਂ ਬਚਾਵਾਂਗੇ, ਉਸ ਤੋਂ ਬਾਅਦ ਆਪਣੇ ਹੱਕ ਮੰਗਾਂਗੇ। ਅਸੀਂ ਤਾਂ ਹੱਕ ਹੀ ਮੰਗਦੇ ਹਾਂ, ਅਸੀਂ ਹੱਕ ਹੀ ਮੰਗ ਸਕਦੇ ਹਾਂ ਸਰਕਾਰ ਕੋਲੋਂ। ਧੰਨਵਾਦ ਜੀ। ਹਾਂਜੀ ਮੈਂ ਤੁਸੀਂ ਕੀ ਕਹਿਣਾ? ਸਰ ਮੈਂ ਸਰਕਾਰ ਨੂੰ ਸਿਰਫ ਇੰਨਾ ਕਹਿਣਾ ਚਾਹੂੰਗੀ ਕਿ ਹੁਣ ਤਾਂ ਕਰੋਨਾ ਆਇਆ ਸੀਗਾ ਨਾ, ਅਸੀਂ ਆਪਣਾ ਕੰਮ ਕਰ ਲਿਆ, ਹੁਣ ਅਸੀਂ ਸਟ੍ਰਾਈਕ ਤੇ ਆ ਨਾ, ਕਰੋਨਾ ਵਾਪਸ ਆ ਗਿਆ ਨਾ। ਸਰਕਾਰ ਨੂੰ ਕਹਿਣਾ ਵੀ ਸਿਰਫ ਇੱਕ ਦਿਨ ਲਈ ਸਾਰੇ ਮੰਤਰੀ, ਸਾਰੇ ਐਮਐਲਏ ਪੀਪੀ ਕਿਟ ਪਾ ਕੇ ਨਾ ਇੱਕ ਦਿਨ ਲਈ ਆਈਸੋਲੇਸ਼ਨ 'ਚ ਕੰਮ ਕਰ ਲਓ, ਅਸੀਂ ਪਿੱਛੇ ਹਟ ਜਾਾਂਗੇ। ਠੀਕ ਆ, ਇਹਨਾਂ ਨੇ ਘਰਾਂ ਵਿੱਚ ਬਹਿ ਕੇ ਵੀਡੀਓ ਕਾਲਿੰਗ ਕਰਕੇ ਹਾਂਜੀ ਜੀ ਕਰਕੇ ਸਾਰ ਦਿੱਤਾ। ਠੀਕ ਆ ਨਾ, ਨਾਲ ਲੋਕਾਂ ਨੂੰ ਲੋਲੀਪੌਪ ਦਿੱਤੇ, 36000 ਮੁਲਾਜ਼ਮ ਪੱਕਾ ਕਰਤਾ। ਜੇ 36000 ਪੱਕਾ ਕਰਤਾ, ਅਸੀਂ ਬੇਵਕੂਫ ਆ? ਠੀਕ ਆ, ਅਸੀਂ ਵੈਲ ਐਜੂਕੇਟਡ ਆ, ਵਧੀਆ ਫੈਮਿਲੀਜ਼ 'ਚੋਂ ਆਉਂਦੇ ਆ, ਅਸੀਂ ਥਰੂ ਪ੍ਰੋਪਰ ਚੈਨਲ ਆਏ ਆ, ਮੈਰਿਟ ਲਿਸਟ ਕਲੀਅਰ ਕਰਕੇ ਅਸੀਂ ਫਿਰ ਇਸ ਜੌਬ ਤੇ ਆਏ ਆ। ਔਰ ਸਭ ਤੋਂ ਵੱਡੀ ਗੱਲ ਪਤਾ ਕੀ ਹੈ, ਜਦੋਂ ਅਸੀਂ ਐਨਐਮ ਵਿੱਚ ਆਏ ਸੀਗੇ, ਸਾਡੇ ਨੂੰ ਕਿਹਾ ਗਿਆ ਸੀ ਵੀ ਅਸੀਂ ਕੰਟਰੈਕਟ ਤੇ ਆ ਔਰ ਸਾਡਾ ਕੰਮ ਹੈਗਾ ਲੇਬਰ ਰੂਮ ਵਿੱਚ ਡਿਲੀਵਰੀਆਂ ਕਰਨੀਆਂ, ਉਹਦੇ ਬੇਸ ਤੇ ਹੀ ਸਾਡੀ ਹਰ ਸਾਲ ACR ਜਾਊਗੀ। ਫਿਰ ਕਰੋਨਾ ਕਾਲ ਵਿੱਚ ਇਹਨਾਂ ਨੇ ਸਾਨੂੰ ਕਿਉਂ ਮੋਹਰੇ ਲਾਤਾ? ਸਾਡਾ ਕੰਮ ਤਾਂ ਡਿਲੀਵਰੀਆਂ ਕਰਨਾ ਸੀ, ਫਿਰ ਸਾਡੇ ਤੋਂ ਉਹ ਕਰਾਉਂਦੇ। ਇਹਨਾਂ ਨੇ ਕਲੈਰੀਕਲ ਵੀ ਨਹੀਂ ਛੱਡੇ, ਉਹਨਾਂ ਨੂੰ ਵੀ ਚੁੱਕ ਕੇ ਲਾਤਾ। ਠੀਕ ਹੈ ਨਾ, ਸਰਕਾਰ ਨੂੰ ਕਿਉਂ ਵੀ ਹੁਣ ਚਲੋ ਤੁਸੀਂ ਆ ਜਾਓ। ਸਰਕਾਰ ਨੂੰ ਲੱਗਦਾ ਨਾ ਅਸੀਂ ਬੇਫਜ਼ੂਲ ਦੀਆਂ ਤਨਖਾਹਾਂ ਮੰਗ ਰਹੇ ਹਾਂ, ਤੇ ਇਸ ਵਾਰੀ ਕਰੋਨਾ ਵਿੱਚ ਸਰਕਾਰ ਆ ਜਾਏ, ਮੰਤਰੀ ਆ ਜਾਣ, ਐਮਐਲਏ ਆ ਜਾਣ, ਇੱਕ ਦਿਨ ਲਈ ਕਿੱਟਾਂ ਪਾ ਕੇ ਆਈਸੋਲੇਸ਼ਨ 'ਚ ਵੜ ਜਾਓ। ਠੀਕ ਹੈ, ਅਸੀਂ ਚੁੱਪ ਕਰਕੇ ਬਹਿ ਜਾਾਂਗੇ। ਹੁਣ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਜਿਸ ਤਰ੍ਹਾਂ ਤੁਸੀਂ ਅੱਜ ਸਟ੍ਰਾਈਕ ਕੀਤੀ ਹੈ ਜ਼ੋਰਦਾਰ, ਤੁਸੀਂ ਆਪ ਵੀ ਪਰੇਸ਼ਾਨ ਹੋ ਰਹੇ ਹੋ, ਲੋਕਾਂ ਨੂੰ ਵੀ ਕਰ ਰਹੇ ਹੋ, ਤੁਹਾਨੂੰ ਲੱਗਦਾ ਵੀ ਹੁਣ ਸਰਕਾਰ ਫਿਰ ਇਸ ਤੋਂ ਬਾਅਦ ਮੰਨੇਗੀ ਜਾਂ ਕੁਝ ਅਸਰ ਹੋਏਗਾ? ਸਰ ਸਰਕਾਰ ਨੂੰ ਜੇ ਥੋੜੀ ਜਿਹੀ ਵੀ ਸ਼ਰਮ ਹੋਊਗੀ ਤਾਂ ਸਰਕਾਰ ਮੰਨ ਜੂਗੀ, ਨਹੀਂ ਤਾਂ ਬਾਕੀ ਤਾਂ ਆਪਾਂ ਸਾਰੇ ਜਾਣਦੇ ਹਾਂ ਵੀ ਮਤਲਬ ਜਿਹੜਾ ਬੰਦਾ ਪੋਲਿਟਿਕਸ 'ਚ ਆ ਗਿਆ ਨਾ, ਉਹ ਸਿਰੇ ਤੋਂ ਘਟਿਆ ਤਾਂ ਸਿਰੇ ਦਾ ਬੇਸ਼ਰਮ ਬੰਦਾ ਹੁੰਦਾ ਹੈ। ਸ਼ਰਮ ਤਾਂ ਹੁਣ ਦੇਖੋ ਉਹਨੂੰ ਆਉਂਦੀ ਕਿ ਨਹੀਂ। ਪੋਲਿਟਿਕਸ ਵੀ ਅਸੀਂ ਲੈ ਕੇ ਆਨੇ ਆ, ਵੋਟਾਂ ਤਾਂ ਅਸੀਂ ਪਾਉਣੇ ਆ। ਪੋਲਿਟਿਕਸ ਅਸਲ ਵਿੱਚ ਉਹਨਾਂ ਨੂੰ ਸੀਟਾਂ ਪਤਾ ਕੌਣ ਦਿੰਦਾ? ਜਿਹੜੇ ਲੋਕ ਵਿਕਦੇ ਆ। ਠੀਕ ਹੈ ਨਾ, ਸਾਡੀ ਪਬਲਿਕ ਇਹ ਚੀਜ਼ ਨਹੀਂ ਸੋਚਦੀ ਵੀ ਅਸੀਂ ਇੱਕ ਬੋਤਲ ਲੈ ਕੇ ਵੋਟ ਤਾਂ ਦੇ ਆਂਦੀ, ਪਰ ਅਸੀਂ ਆਪਣੇ ਬੱਚਿਆਂ ਦਾ ਫਿਊਚਰ ਜਿਹੜਾ ਨਾ ਖੂਹ 'ਚ ਪਾਇਆ ਦਾ। ਜਿਹੜੀ ਪਬਲਿਕ ਖਰਾਬ ਹੋ ਰਹੀ ਹੈ ਨਾ, ਹੁਣ ਤਾਂ ਖਰਾਬ ਹੋ ਰਹੀ, ਪਰ ਉਹ ਇਹ ਨਹੀਂ ਸੋਚ ਰਹੇ ਵੀ ਜੋ ਅਸੀਂ ਆ ਨਾ, ਇਹ ਉਹਨਾਂ ਦੇ ਬੱਚਿਆਂ ਦਾ ਆਉਣ ਵਾਲਾ ਫਿਊਚਰ ਆ। ਠੀਕ ਆ, ਉਹਨਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਆ। ਸਰਕਾਰ ਨੇ ਤਾਂ ਆਪਣੇ ਬੱਚੇ ਬਾਹਰ ਭੇਜ ਲੈਣੇ ਆ, ਰੋਲਣੇ ਸਾਡੇ ਵਰਗਿਆਂ ਦੇ ਆ। ਠੀਕ ਹੈ, ਤੇ ਇਹ ਸਨ ਜਿਹੜੇ ਕਰੋਨਾ ਯੋਧੇ ਜਿਨ੍ਹਾਂ ਨੇ ਅੱਜ ਨਵਾਂ ਸ਼ਹਿਰ ਦੇ ਵਿੱਚ ਪਹੁੰਚ ਕੇ ਜ਼ੋਰਦਾਰ ਜਿਹੜਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਹੀ ਪੰਜਾਬ ਦੇ ਹਰ ਖਿੱਤੇ ਦੇ ਵਿੱਚ, ਹਰ ਸ਼ਹਿਰ ਦੇ ਵਿੱਚ ਜਿਹੜਾ ਆ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ, ਤੇ ਇਸੇ ਤਰ੍ਹਾਂ ਜਿਹੜੇ ਉਹ ਕਰਕੇ ਫਿਰ ਜਿਹੜਾ ਜ਼ੋਰਦਾਰ ਕੀਤਾ। ਹੁਣ ਇਹਨਾਂ ਨੂੰ ਆਸ ਹੈ ਕਿ ਸਰਕਾਰ ਜਿਹੜੀ ਇਹਨਾਂ ਦੀ ਆਵਾਜ਼ ਸੁਣੂਗੀ, ਇਹਨਾਂ ਦੀਆਂ ਮੰਗਾਂ ਹੈਗੀਆਂ ਨੇ, ਸਰਕਾਰ ਇਹਨਾਂ ਨੂੰ ਸਰਕਾਰ ਵੱਡੇ ਵਾਅਦੇ ਕਰਦੇ। ਇਸ ਤਰ੍ਹਾਂ ਕੁਝ ਕੁ ਲੋਕ ਸਾਡੇ ਨਾਲ ਹੋਰ ਪਹੁੰਚੇ ਆ। ਹਾਂਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਇਹੀ ਕਹਿਣਾ ਚਾਹੁੰਦੇ ਜੀ, ਅਸੀਂ 14 15 ਸਾਲਾਂ ਤੋਂ ਇੱਥੇ ਧੱਕੇ ਖਾ ਰਹੇ ਹਾਂ, ਹੈ ਨਾ। ਇੱਕ ਰੈਗੂਲਰ ਕਲਾਸ 4 ਵੀ ਸਾਡੇ ਤੋਂ ਵੱਧ ਤਨਖਾਹਾਂ ਲੈ ਰਿਹਾ ਆ। 15 ਸਾਲ ਸਾਰੇ ਕਰੋਨਾ ਕਾਲ 'ਚ 2 ਸਾਲ ਤੋਂ ਸਾਡੇ ਸਟਾਫ ਨੇ ਕੋਈ ਸ਼ਨੀਵਾਰ ਨਹੀਂ ਦੇਖਿਆ, ਕੋਈ ਐਤਵਾਰ ਨਹੀਂ, ਕੋਈ ਗਜ਼ਟਡ ਹੌਲੀਡੇ ਨਹੀਂ ਦੇਖੀ ਹੈ।
ਤੇ ਇਹਨਾਂ ਨੇ ਆਪਣੀਆਂ ਜੋ ਵੀ ਸੇਵਾਵਾਂ ਸੀ ਪੂਰੀ ਤਨਦੇਹੀ ਨਾਲ ਕੀਤੀਆਂ। ਉਸ ਵੇਲੇ ਸਰਕਾਰ ਨੇ ਕਰੋਨਾ ਯੋਧੇ ਕਹਿ ਕੇ ਕਿਤੇ ਫੁੱਲਾਂ ਦੀ ਬਾਰਿਸ਼ ਕੀਤੀ, ਕਿਤੇ ਸਾਨੂੰ ਕਾਗਜ਼ ਦੇ ਨਾਮ ਤੋਂ ਇੱਕ ਐਪਰੀਸ਼ੀਏਸ਼ਨ ਸਰਟੀਫਿਕੇਟ ਦੇ ਦਿੱਤਾ, ਸਾਨੂੰ ਸਨਮਾਨਿਤ ਕਰਤਾ। ਅਸੀਂ ਸਨਮਾਨ ਨੂੰ ਕੀ ਕਰਨਾ? ਇੰਨੀ ਜ਼ਿਆਦਾ ਮਹਿੰਗਾਈ ਹੈ ਕਿ ਇੰਨੀਆਂ ਤਨਖਾਹਾਂ 'ਚ ਸਾਡਾ ਗੁਜ਼ਾਰਾ ਨਹੀਂ ਹੁੰਦਾ। ਉੱਥੇ ਅਸੀਂ ਇਹਨਾਂ ਦੇ ਸਨਮਾਨ ਪੱਤਰ ਨੂੰ ਕੀ ਕਰਨਾ ਆ? ਜ਼ਿੰਦਗੀ ਜੀਣ ਲਈ, ਗੁਜ਼ਾਰਾ ਕਰਨ ਲਈ ਪੈਸਾ ਚਾਹੀਦਾ, ਸਾਨੂੰ ਤਨਖਾਹਾਂ ਚਾਹੀਦੀਆਂ, ਸਾਨੂੰ ਸਾਡੇ ਹੱਕ ਚਾਹੀਦੇ ਆ। ਇਹ ਕੀ ਇਹਨਾਂ ਦੀਆਂ ਪਾਲਿਸੀਆਂ? ਕਿਸੇ ਨੂੰ ਨੈੱਟ ਫ੍ਰੀ ਕਰਤਾ ਜੀ, ਕਿਸੇ ਨੂੰ ਦਾਲ ਦੇ ਦਿੱਤੀ, ਕਿਸੇ ਨੂੰ ਆਟਾ ਦੇ ਦਿੱਤਾ, ਕਿਸੇ ਨੂੰ ਜੀ ਬੀਬੀ ਸਾਡੀ ਸਰਕਾਰ ਲਿਆਓ 1000 ਰੁਪਈਆ ਬੀਬੀਆਂ ਨੂੰ ਦੇ ਦਿੱਤਾ, ਕਿਰਾਇਆ ਫ੍ਰੀ ਕਰਤਾ। ਸਾਨੂੰ ਰੁਜ਼ਗਾਰ ਚਾਹੀਦਾ, ਸਾਨੂੰ ਪੈਸਾ ਚਾਹੀਦਾ ਆ, ਸਾਨੂੰ ਸਾਡਾ ਹੱਕ ਚਾਹੀਦਾ, ਸਾਨੂੰ ਪੱਕੇ ਕਰਨ। ਸਾਨੂੰ 10-10 15-15 ਸਾਲ ਹੋ ਗਏ, ਅਸੀਂ ਕਿਸ ਤਰ੍ਹਾਂ ਆਪਣਾ ਗੁਜ਼ਾਰਾ ਕਰੀਏ? ਭੁੱਖੇ ਮਰਨ ਤੱਕ ਦੀ ਨੌਬਤ ਆਈ। ਕੀ ਲੱਗਦਾ ਸਰਕਾਰ ਅਜਿਹਾ ਕਿਉਂ ਕਰ ਕੀ ਸਰਕਾਰ ਨੂੰ ਤੁਹਾਡੀ ਲੋੜ ਨਹੀਂ ਹੈ ਜਾਂ ਸਰਕਾਰ ਨੂੰ ਲੋੜ ਹੈ? ਸਰਕਾਰ ਦਾ ਸਾਡੇ ਬਿਨਾ ਗੁਜ਼ਾਰਾ ਹੈ ਨਹੀਂ। ਸਰਕਾਰ ਮਿੱਠੀਆਂ ਗੋਲੀਆਂ ਦੇ ਕੇ ਆਪਣਾ ਟਾਈਮ ਪਾਸ ਕਰਦੀ ਆ। ਸਾਰੀਆਂ ਸਰਕਾਰਾਂ ਦਾ ਇਹੀ ਹਾਲ ਰਿਹਾ। 15-15 ਸਾਲ ਹੋ ਗਏ। ਜੇ ਅਕਾਲੀ ਸਰਕਾਰ ਸੀ ਉਹਦਾ ਵੀ ਇਹੀ ਹਾਲ, ਕਾਂਗਰਸ ਸਰਕਾਰ ਉਹਦਾ ਵੀ ਇਹੀ ਹਾਲ। ਅਸੀਂ ਸਰਕਾਰ ਨੂੰ ਇਹੀ ਕਹਿੰਦੇ, ਜੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ, ਅਸੀਂ ਇਹਨਾਂ ਨੂੰ ਵੋਟਾਂ ਦੇ ਵਿੱਚ ਅਸੀਂ ਦੋਨਾਂ ਸਰਕਾਰਾਂ ਦਾ ਬਾਈਕਾਟ ਕਰਾਂਗੇ। ਤੇ ਇਹਨਾਂ 'ਚੋਂ ਕੋਈ ਸਰਕਾਰ ਨਹੀਂ ਆਏਗੀ। ਅਸੀਂ ਦੇਖ ਲਓ, ਜੇ ਅਸੀਂ 12,000 ਆ, ਸਾਡੇ ਪਿੱਛੇ 10-10 15-15 ਸਾਡੇ ਫੈਮਿਲੀ ਮੈਂਬਰ ਹੈ। ਅਸੀਂ ਇਹਨਾਂ ਦਾ ਵੋਟਾਂ ਦਾ ਬਾਈਕਾਟ ਕਰਾਂਗੇ। ਕਾਂਗਰਸ ਸਰਕਾਰ ਦਾ ਅਸੀਂ ਆਉਣ ਹੀ ਨਹੀਂ ਦੇਵਾਂਗੇ ਜੇ ਸਾਡਾ ਕੁਝ ਨਹੀਂ ਕਰਕੇ ਜਾਂਦੀ। ਤੇ ਕਾਂਗਰਸ ਤੋਂ ਇਲਾਵਾ ਜੇ ਕੋਈ ਹੋਰ ਸਰਕਾਰ ਆ ਜਾਂਦੀ ਫਿਰ ਹੱਲ ਹੋ ਜਾਏਗਾ? ਦੇਖੋ ਜੀ, ਹੁਣ ਆਈਆਂ ਸੀ, ਅਸੀਂ ਪਹਿਲੀ ਵੀ ਸਰਕਾਰ ਦੇਖੀ, ਇਹ ਵੀ ਦੇਖੀ ਆ। ਹੁਣ ਕਿਸੇ ਹੋਰ ਨੂੰ ਮੌਕਾ ਦੇ ਕੇ ਦੇਖਾਂਗੇ। ਫਿਰ ਜੇ ਉਹ ਵੀ ਕੁਝ ਨਹੀਂ ਕਰੇਗੀ ਫਿਰ ਦੇਖਾਂਗੇ ਫਿਰ ਉਦੋਂ ਦੀ ਕੀ ਹੁੰਦੀ ਆ। ਜੀ ਮੈਂ ਗੁਰਪ੍ਰਸਾਦ ਸਿੰਘ, ਜ਼ਿਲ੍ਹਾ ਪ੍ਰਧਾਨ NHM ਯੂਨੀਅਨ SBS ਨਗਰ। ਅੱਜ ਸਾਡੇ ਸਾਰੇ ਮੁਲਾਜ਼ਮ ਜਿਹੜੇ ਆ ਧਰਨੇ ਤੇ ਬੈਠੇ ਹੈਗੇ ਆ। ਪੂਰਾ ਚੌਂਕ ਦਾ ਜਿਹੜਾ ਘਿਰਾਓ ਕੀਤਾ ਗਿਆ ਹੈਗਾ ਆ। ਪੂਰੇ ਪੰਜਾਬ ਦੇ ਵਿੱਚ ਜਿਹੜੀ ਆ ਇਹ ਮੁਹਿੰਮ ਚਲਾਈ ਗਈ ਸੀ ਵੀ ਅੱਜ ਜਿਹੜਾ ਸਾਰੇ ਦਾ ਸਾਰਾ ਘਿਰਾਓ ਕੀਤਾ ਜਾਣਾ ਹੈ। ਤੇ ਅਸੀਂ ਲੰਬੇ ਸਮੇਂ ਤੋਂ ਜਿਹੜੀ ਸਾਡੀ ਇੱਕ ਮੰਗ ਸੀ ਸਰਕਾਰ ਨੂੰ ਕਿ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਬਰਾਬਰ ਕੰਮ ਦੇ ਬਦਲੇ ਬਰਾਬਰ ਤਨਖਾਹ ਦਿੱਤੀ ਜਾਵੇ। ਹੁਣ ਤੱਕ ਵੀ ਸਰਕਾਰ ਨੇ ਉਹ ਮੰਗ ਜਿਹੜੀ ਆ ਮੰਨੀ ਨਹੀਂ ਹੈ। ਜਿਹੜੇ ਪੱਕੇ ਮੁਲਾਜ਼ਮ ਹੈ ਉਹ ਸਾਡੇ ਤੋਂ ਕੋਈ 5 ਗੁਣਾ ਜ਼ਿਆਦਾ ਤਨਖਾਹ ਵੱਧ ਲੈ ਰਹੇ ਆ ਤੇ ਸਾਡੀਆਂ ਤਨਖਾਹਾਂ ਬਿਲਕੁਲ ਉਹਨਾਂ ਤੋਂ 5 ਗੁਣਾ ਘੱਟ ਨੇ। ਇਹ ਜਿਹੜਾ ਬੜਾ ਵੱਡੇ ਪੱਧਰ ਤੇ ਡਿਸਕ੍ਰਿਮੀਨੇਸ਼ਨ ਹੈ ਜਿਹੜਾ ਕਿ ਇਹ ਖਤਮ ਹੋਣਾ ਚਾਹੀਦਾ। ਔਰ ਜੇਕਰ ਇਹ ਪ੍ਰਥਾ ਨਾ ਖਤਮ ਹੋਈ, ਇਹ ਆਉਣ ਵਾਲੇ ਨੌਜਵਾਨ ਜਿਹੜੇ ਆ ਇੱਥੋਂ ਪਲਾਇਨ ਕਰ ਜਾਣਗੇ ਬਾਹਰ। ਅਸੀਂ ਨਹੀਂ ਚਾਹੁੰਦੇ ਕਿ ਇਹ ਜਿਹੜੀ ਠੇਕਾ ਸਿਸਟਮ ਹੈ ਉਹਦੇ ਨਾਲ ਸਾਡਾ ਪੰਜਾਬ ਖਾਲੀ ਹੋ ਜਾਵੇ। ਕਿ ਬੜੀ ਵੱਡੀ ਸਾਜ਼ਿਸ਼ ਹੈ, ਉਹਦੇ ਤਹਿਤ ਠੇਕਾ ਸਿਸਟਮ ਚਲਾਇਆ ਗਿਆ ਤਾਂ ਕਿ ਲੋਕਾਂ ਨੂੰ ਬਰਾਬਰ ਕੰਮ ਦੇ ਬਦਲੇ ਤਨਖਾਹ ਨਾ ਦਿੱਤੀ ਜਾਵੇ। ਔਰ ਨੌਜਵਾਨ ਜਿਹੜਾ ਪੰਜਾਬ ਦਾ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਇੱਥੋਂ ਪਲਾਇਨ ਕਰ ਜਾਵੇ, ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਧੱਕੇ ਖਾਵੇ। ਇਹ ਸਿਸਟਮ ਅਸੀਂ ਬੰਦ ਕਰਨਾ ਚਾਹੁੰਦੇ ਆ। ਬਰਾਬਰ ਕੰਮ ਬਰਾਬਰ ਤਨਖਾਹ ਹੋਊਗੀ। ਇੱਥੇ ਦਾ ਨੌਜਵਾਨ ਕਿਤੇ ਨਹੀਂ ਜਾਂਦਾ, ਇੱਥੇ ਹੀ ਰਹੂਗਾ। ਨਾ ਨਸ਼ੇ ਦੇ ਵੱਲ ਜਾਊਗਾ, ਨਾ ਅਪਰਾਧਾਂ ਦੇ ਵੱਲ ਜਾਊਗਾ, ਨਾ ਹੋਰ ਚੀਜ਼ਾਂ ਦੇ ਵੱਲ ਜਾਊਗਾ। ਇਹ ਜਿਹੜਾ ਨਸ਼ਾ, ਅਪਰਾਧ ਤੇ ਹੋਰ ਚੀਜ਼ਾਂ ਨੇ, ਇਹ ਸਾਰੇ ਦਾ ਸਾਰਾ ਇਹ ਜਿਹੜਾ ਠੇਕਾ ਸਿਸਟਮ ਹੈ ਜਾਂ ਲੋਕਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ, ਉਹ ਸਭ ਤੋਂ ਵੱਡਾ ਇਹਦਾ ਰੀਜ਼ਨ ਹੈ। ਬੱਚਿਆਂ ਨੂੰ ਨੌਕਰੀਆਂ ਮਿਲਣ, ਪੂਰੀਆਂ ਤਨਖਾਹਾਂ ਮਿਲਣ। ਮੇਰੇ ਹਿਸਾਬ ਨਾਲ ਅਸੀਂ 50 ਤੋਂ ਜ਼ਿਆਦਾ ਫੀਸਦੀ ਲੋਕਾਂ ਨੂੰ ਨਸ਼ਾ ਮੁਕਤ ਕਰ ਸਕਦੇ ਹਾਂ। ਉਹਨਾਂ ਨੂੰ ਇੱਥੇ ਦੇਸ਼ ਦੇ ਵਿੱਚ ਨੌਕਰੀਆਂ ਦੇ ਕੇ ਜਿਹੜਾ ਬਾਹਰ ਦਾ ਜਿਹੜਾ ਸਿਸਟਮ ਆ ਜਾਣ ਵਾਲਾ ਉਹ ਖਤਮ ਕਰ ਸਕਦੇ ਆ। ਪਰ ਇਹ ਸਰਕਾਰਾਂ ਚਾਹੁੰਦੀਆਂ ਨਹੀਂ। ਇਸ ਕਰਕੇ ਮੈਂ ਸਮਝਦਾ ਆ ਕਿ ਜਿਹੜਾ ਨਸ਼ਾ ਆ, ਜਿਹੜਾ ਇਹ ਸਾਰਾ ਅਪਰਾਧ ਹੈ ਜਾਂ ਹੋਰ ਸਿਸਟਮ ਹੈ, ਸਾਰੇ ਦੇ ਸਾਰੇ ਸਰਕਾਰਾਂ ਦੀ ਇੱਕ ਚਾਲ ਹੈ, ਇੱਕ ਦੇਣ ਹੈ। ਸੋ ਇਹ ਬੰਦ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਜਿਹੜੀ ਕਿ ਸਾਡੇ ਨਾਲ ਬਹੁਤ ਹੀ ਮਾੜਾ ਵਿਵਹਾਰ ਕਰ ਰਹੀ ਆ, ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ। ਅਸੀਂ ਉਹ ਕਰੋਨਾ ਯੋਧੇ ਆ ਜਿਨ੍ਹਾਂ ਨੇ ਕਰੋਨਾ ਕਾਲ ਦੇ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ। 8-8 ਘੰਟੇ PP ਕਿੱਟਾਂ ਪਾ ਕੇ ਅਸੀਂ ਆਪਣੇ ਬੱਚਿਆਂ ਤੋਂ ਦੂਰ ਦਿਨ ਰਾਤ ਲੋਕਾਂ ਦੀ ਸੇਵਾ ਕੀਤੀ। ਜਦ ਕਿ ਸਾਡਾ ਜੇ ਉਹ ਸਰਕਾਰ ਕਹਿ ਰਹੀ ਆ ਕਿ ਸਾਨੂੰ ਕੰਟਰੈਕਟ ਤੇ ਰੱਖਿਆ ਹੋਇਆ, ਸਾਨੂੰ ਕੰਟਰੈਕਟ ਤੇ ਰੱਖਿਆ ਸੀ ਡਿਲੀਵਰੀਜ਼ ਕਰਨ ਲਈ, ਪਰ ਸਾਨੂੰ ਆਈਸੋਲੇਸ਼ਨ 'ਚ ਸੇਵਾਵਾਂ ਦੇਣ ਲਈ ਕਿਉਂ ਭੇਜਿਆ ਗਿਆ? ਈਵਨ ਸਾਡੇ ਕਈ ਜਿਹੜੇ ਨਾਲ ਦੇ ਕੰਮ ਕਰਦੇ ਸੀ ਉਹ ਸ਼ਹੀਦ ਵੀ ਹੋਏ। ਉਹਨਾਂ ਦੇ ਪਰਿਵਾਰਾਂ ਨੂੰ ਕੁਝ ਅੱਜ ਤੱਕ ਕੁਝ ਨਹੀਂ ਮਿਲਿਆ। ਉਹਨਾਂ ਦੇ ਜਿਹੜੇ ਬੱਚੇ ਉਹ ਐਦੇ ਰੁਲ ਰਹੇ ਆ। ਤੇ ਸਰਕਾਰ ਉਸ ਟਾਈਮ ਕਹਿੰਦੀ ਸੀ ਤੁਸੀਂ ਜਿਹੜੀਆਂ ਕਰੋਨਾ ਸੇਵਾਵਾਂ ਦਿਓ, ਜਿਹੜੀਆਂ ਤੁਸੀਂ ਸਾਡੇ ਕਰੋਨਾ ਯੋਧੇ ਹੋ, ਤੁਸੀਂ ਸਾਡੇ ਫੌਜੀ ਹੋ, ਤੁਸੀਂ ਸਾਡੇ ਆ, ਤੁਸੀਂ ਸਾਡੇ ਆ। ਸਾਨੂੰ ਪ੍ਰਸ਼ੰਸਾ ਪੱਤਰ ਦੇ ਰਹੀ ਸੀ, ਸਾਨੂੰ ਸਨਮਾਨਿਤ ਕੀਤਾ ਜਾ ਰਿਹਾ ਸੀ। ਸਾਡਾ ਸਨਮਾਨ ਇਹ ਹੈ ਕਿ ਅਸੀਂ ਅੱਜ ਦਰੀਆਂ ਤੇ ਬੈਠੇ ਹਾਂ।
ਇਹ ਸਾਡਾ ਸਨਮਾਨ ਕੀਤਾ ਗਿਆ। ਇਦਾਂ ਦੀ ਜਿਹੜੀ ਗੁੰਗੀ ਬੋਲੀ ਸਰਕਾਰ ਹੈ ਇਹ ਸਾਡੇ ਲੋਕਾਂ ਦਾ ਸ਼ੋਸ਼ਣ ਕਰ ਰਹੀ ਹੈ। ਇਹਨੂੰ ਖੁਦ ਨੂੰ ਸ਼ਰਮ ਚਾਹੀਦੀ ਸੀ ਕਿ ਸਾਨੂੰ ਅੱਜ ਦਰੀਆਂ ਤੇ ਬੈਠਣ ਦੀ ਜ਼ਰੂਰਤ ਨਾ ਪੈਂਦੀ। ਜਦੋਂ ਆਈਸੋਲੇਸ਼ਨ ਸੇਵਾਵਾਂ ਖਤਮ ਹੋਈਆਂ ਸੀ ਨਾਲ ਦੀ ਨਾਲ ਸਾਨੂੰ ਰੈਗੂਲਰ ਕੀਤਾ ਜਾਂਦਾ, ਇਹ ਕਹਿ ਕੇ ਕਿ ਹਾਂ ਅਸੀਂ ਤੁਹਾਨੂੰ ਸਨਮਾਨਿਤ ਕਰ ਰਹੇ ਹਾਂ। ਅਸੀਂ ਉਹਨਾਂ ਪੱਤਰਾਂ ਦਾ ਜਾਂ ਉਹਨਾਂ ਕਾਗਜ਼ਾਂ ਦਾ ਕੀ ਕਰਨਾ? ਸਾਡੇ ਢਿੱਡ ਤਾਂ ਰੋਟੀ ਮੰਗਦੇ ਆ ਨਾ, ਸਾਡੇ ਬੱਚੇ ਸਾਡੇ ਢਿੱਡ ਸਾਡੇ ਤੋਂ ਰੋਟੀ ਮੰਗਦੇ ਆ, ਨਾ ਕਿ ਉਹ ਜਿਹੜੇ ਸਾਨੂੰ ਕਾਗਜ਼ ਦੇ ਦਿੱਤੇ ਸਨਮਾਨਿਤ ਕਰ ਦਿੱਤਾ ਉਹਨਾਂ ਦੀ ਸਾਡੇ ਲਈ ਕੋਈ ਵੈਲਿਊ ਨਹੀਂ ਹੈਗੀ। ਹੁਣ ਅਸੀਂ ਸਰਕਾਰ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ, ਜੇ ਅਸੀਂ ਕਰੋਨਾ ਦੇ ਨਾਲ ਲੜ ਸਕਦੇ ਹਾਂ ਤਾਂ ਅਸੀਂ ਇਹ ਸਰਕਾਰ ਦੇ ਨਾਲ ਵੀ ਲੜ ਸਕਦੇ ਹਾਂ, ਕਿਉਂਕਿ ਇੱਕ ਇੱਕ ਬੰਦੇ ਦੇ ਨਾਲ 20 ਵੋਟਾਂ ਜੁੜੀਆਂ ਹੈ। ਇਹ ਸਰਕਾਰਾਂ ਆਉਂਦੀਆਂ 5 ਸਾਲ ਨੂੰ ਲਾਰੇ ਲਾਉਂਦੀਆਂ ਫਿਰ ਚਲੇ ਜਾਂਦੀਆਂ। ਇਹ ਕਿਉਂ? ਇਹ ਸਾਨੂੰ ਦਾਲ ਦਿੰਦੀਆਂ, ਰੋਟੀ ਦਿੰਦੀਆਂ, ਕਿ ਇਹ ਲੋਕਾਂ ਨੂੰ ਕਹਿੰਦੇ ਜੀ ਦਾਲ ਸਕੀਮ ਸ਼ੁਰੂ ਕਰ ਦਿੱਤੀ, ਅਸੀਂ ਆਟਾ ਸਕੀਮ ਸ਼ੁਰੂ ਕਰ ਦਿੱਤੀ। ਕਿਉਂ? ਤੁਸੀਂ ਲੋਕਾਂ ਨੂੰ, ਪੜ੍ਹੇ ਲਿਖੇ ਲੋਕਾਂ ਨੂੰ ਰੋਜ਼ਗਾਰ ਦਿਓ, ਉਹਨਾਂ ਨੂੰ ਜਿਹੜੀਆਂ ਆ ਉਹਨਾਂ ਦੇ ਮਿਹਨਤ ਹੈ ਉਹ ਦਿਓ। ਤੁਸੀਂ ਲੋਕਾਂ ਨੂੰ ਉਹਨਾਂ ਦੀ ਮਿਹਨਤ ਨਹੀਂ ਦੇ ਰਹੇ, ਤੁਸੀਂ ਲੋਕਾਂ ਨੂੰ ਭਿਖਾਰੀ ਬਣਾ ਰਹੇ ਹੋ। ਸਾਨੂੰ ਇਹਨਾਂ ਦੀਆਂ ਸਕੀਮਾਂ ਦੀ ਕੋਈ ਜ਼ਰੂਰਤ ਨਹੀਂ। ਸਾਨੂੰ ਸਾਡਾ ਹੱਕ ਚਾਹੀਦਾ, ਸਾਡਾ ਬਣਦਾ ਹੱਕ ਸਾਨੂੰ ਦਿੱਤਾ ਜਾਵੇ। ਸਾਨੂੰ ਬਰਾਬਰ ਕੰਮ, ਬਰਾਬਰ ਤਨਖਾਹ, ਬੇਸ਼ਰਤੇ ਸਾਨੂੰ ਇਹ ਰੂਲ ਲਗਾ ਕੇ ਰੈਗੂਲਰ ਕੀਤਾ ਜਾਵੇ। ਅੱਜ NHM ਜੋ ਸਾਡਾ ਮਤਲਬ ਸੰਘਰਸ਼ ਸਾਡੇ NHM ਦਾ ਹੈਗਾ ਉਹ 21 ਤੋਂ 22 ਦਿਨ ਹੋ ਚੁੱਕੇ ਆ। ਸਰਕਾਰ ਨੂੰ ਅਸੀਂ ਹਰ ਤਰੀਕੇ ਨਾਲ ਮਤਲਬ ਢਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਅਜੇ ਤੱਕ ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਿਰਕੀ। ਦੇਖੋ ਜੀ, ਆਪਾਂ 12 ਤੋਂ 15 ਸਾਲ ਸਾਨੂੰ ਹੋ ਚੁੱਕੇ ਆ। ਅਸੀਂ ਹਰ ਢੰਗ ਨਾਲ, ਹਰ ਤਰੀਕੇ ਨਾਲ ਰਾਤ ਦਿਨ ਅਸੀਂ ਮਿਹਨਤ ਕਰਕੇ ਸਰਕਾਰ ਨੂੰ ਮਤਲਬ ਹਰੇਕ ਕੰਮ ਕਰਕੇ ਦਿੰਦੇ ਆ, ਪਰ ਸਾਨੂੰ ਹਰ ਵਾਰੀ ਉਹਨਾਂ ਨੇ ਪਿੱਛੇ ਹੀ ਰੱਖਿਆ ਹੈਗਾ ਆ। ਦੇਖੋ, ਅਸੀਂ 8000 ਤੋਂ ਸਟਾਰਟਿੰਗ ਕੀਤੀ ਸੀਗੀ, ਅੱਜ ਸਾਨੂੰ ਮਤਲਬ 12-15 ਸਾਲ ਹੋ ਗਏ, ਫਿਰ ਵੀ ਅਸੀਂ 20000 ਤੱਕ ਹੀ ਪਹੁੰਚੇ ਆ। ਸਾਡੇ ਮਤਲਬ ਬੱਚੇ, ਅਸੀਂ ਕਿੱਦਾਂ ਉਹਨਾਂ ਦਾ ਗੁਜ਼ਾਰਾ ਕਰਾਂਗੇ? ਨਾ ਸਾਡੇ ਕੋਲ ਮਤਲਬ ਉਹਨਾਂ ਦੇ ਇਲਾਜ ਲਈ ਪੈਸੇ ਹੈਗੇ ਆ। ਅਸੀਂ ਰੋਜੀ ਰੋਟੀ ਤੇ ਹੀ ਰਵਾਂਗੇ ਸਾਰੀ ਉਮਰ। ਹਰੇਕ ਦਾ ਆਪਣਾ ਸੁਪਨਾ ਆ ਵੀ ਅਸੀਂ ਆਪਣੇ ਬੱਚਿਆਂ ਨੂੰ ਕਿਤੇ ਬਾਹਰ ਭੇਜੀਏ, ਕਿਤੇ ਵਧੀਆ ਨੌਕਰੀ ਤੇ ਲਾਈਏ, ਵਧੀਆ ਪੜ੍ਹਾਈ ਦਈਏ, ਪਰ ਅਸੀਂ ਕਿੱਥੋਂ ਇਹ ਸਾਰਾ ਅਫੋਰਡ ਕਰਾਂਗੇ? ਅਸੀਂ ਸਰਕਾਰ ਨੂੰ ਬਾਰ-ਬਾਰ ਅਸੀਂ ਰੈਲੀਆਂ ਕਰਕੇ, ਅਸੀਂ ਰੋਡ ਜਾਮ ਕਰਕੇ ਦੱਸ ਰਹੇ ਹਾਂ ਕਿ ਹਾਂ ਵੀ ਸਾਨੂੰ ਸੁਣੋ, ਸਾਡੀ ਵੀ ਸੁਣਵਾਈ ਕਰੋ। ਅਸੀਂ 12000 ਦੇ ਤਕਰੀਬਨ ਸਾਡੇ ਕਰਮਚਾਰੀ ਹੈਗੇ ਆ, ਪਰ ਸਰਕਾਰ ਦੇ ਕੰਨਾਂ ਤੇ ਅਜੇ ਤੱਕ ਜੂੰ ਨਹੀਂ ਸਿਰਕੀ। ਅਸੀਂ ਹਰ ਢੰਗ ਨਾਲ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਅਸੀਂ ਮਤਲਬ 12 ਸਾਲ ਆਪਣਾ ਦੇ ਚੁੱਕੇ ਹਾਂ ਤੁਹਾਨੂੰ। ਜੇ ਅਸੀਂ ਮਤਲਬ 10 ਸਾਲ ਆ ਤੁਹਾਨੂੰ ਦੇ ਚੁੱਕੇ, ਤੇ ਇਹਦਾ ਮਤਲਬ ਇਹ ਕੋਈ ਹੁਣ ਵੀ ਸ਼ਰਤਾਂ ਰੱਖੀਆਂ ਜਾਣ। ਕਿਉਂ ਸ਼ਰਤਾਂ ਰੱਖਦੇ ਆ? ਕਿਉਂਕਿ ਅਸੀਂ ਪੜ੍ਹੇ ਲਿਖੇ ਹੈਗੇ ਆ, ਅਸੀਂ ਮਤਲਬ ਪ੍ਰੋਪਰ ਚੈਨਲ ਅਸੀਂ ਭਰਤੀ ਹੋਏ ਆ, ਫਿਰ ਵੀ ਸਾਡੇ ਤੇ ਸ਼ਰਤਾਂ ਲਾਗੂ ਹੁੰਦੀਆਂ ਹੈਗੀਆਂ। ਜੋ ਵੀ ਪਹਿਲਾਂ ਰੈਗੂਲਰ ਭਰਤੀ ਹੁੰਦੀ ਸੀ 3 ਸਾਲ ਦੀ ਹੁੰਦੀ ਸੀਗੀ, ਹੁਣ ਇਹਨਾਂ ਨੇ ਪਹਿਲਾਂ 5 ਸਾਲ ਵਿੱਚ 10 ਸਾਲ, ਹੁਣ 10 ਸਾਲ ਵੀ ਸਾਨੂੰ ਮਤਲਬ ਵਿੱਚ ਲਿਆ ਨਹੀਂ ਗਿਆ ਹੈਗਾ। 36000 ਮੁਲਾਜ਼ਮ ਦੇ ਜਿਹੜੇ ਪੱਕੇ ਕੀਤੇ ਆ, ਜਿਹੜਾ ਉਹਨਾਂ ਨੇ ਝੂਠਾ ਲਾਰਾ ਲਾਇਆ, ਉਹਦੇ ਵਿੱਚ ਵੀ ਸਾਨੂੰ ਸ਼ਾਮਲ ਨਹੀਂ ਕੀਤਾ ਗਿਆ। ਕਿਉਂ ਨਹੀਂ ਕੀਤਾ ਗਿਆ? ਇਹਦੇ ਵਿੱਚ ਤਾਂ ਉਹਨਾਂ ਦੀ ਮਤਲਬ ਆਪਣੀ ਗਲਤੀ ਆ। ਦੇਖੋ, ਜੇ ਸਾਨੂੰ ਉਹ ਸ਼ਰਤਾਂ ਲਾਉਂਦੇ ਆ ਵੀ ਹਾਂ ਵੀ ਤਾਂ 10 ਸਾਲ ਨਹੀਂ ਪੂਰੇ ਹੋਏ ਜਾਂ ਤੁਹਾਡੀ ਕੁਆਲੀਫਿਕੇਸ਼ਨ ਨਹੀਂ ਪੂਰੀ ਹੋਈ, ਇਹ ਵੀ ਨਹੀਂ ਕੋਈ ਗੱਲ ਹੈਗੀ। ਹੁਣ ਸਾਨੂੰ ਕਹਿ ਦਿੰਦੇ ਆ ਵੀ ਤੁਸੀਂ ਪ੍ਰੋਜੈਕਟ ਵਿੱਚ ਜਾਂ ਸਕੀਮ ਵਿੱਚ ਆ। ਸਕੀਮ ਬਣਾਈ ਕਹਿੰਦੇ ਆ, ਅਸੀਂ ਪੰਜਾਬ ਸਰਕਾਰ ਦਾ ਕੰਮ ਕਰਦੇ ਹਾਂ, ਅਸੀਂ ਹਰ ਇੱਕ ਤਰ੍ਹਾਂ ਦੀ ਡਿਊਟੀ ਨਿਭਾਉਂਦੇ ਹਾਂ, ਫਿਰ ਵੀ ਸਾਨੂੰ ਇਹ ਗੱਲ ਸੁਣਨ ਨੂੰ ਮਿਲਦੀ ਆ ਵੀ ਤੁਸੀਂ ਸਕੀਮ ਵਿੱਚ ਆ, ਪ੍ਰੋਜੈਕਟ ਵਿੱਚ ਆ, ਵੀ ਤੁਹਾਡੇ ਲਈ ਅੜਚਣਾ ਆਉਂਦੀਆਂ। ਅੜਚਣਾ ਦੂਰ ਕਿਹਨੇ ਕਰਨੀਆਂ? ਸਰਕਾਰ ਨੇ ਕਰਨੀਆਂ। ਅਸੀਂ ਉਹਨਾਂ ਲਈ ਕੰਮ ਕਰਦੇ ਹਾਂ। ਕੋਈ ਵੀ ਪ੍ਰੋਜੈਕਟ ਲਾਂਚ ਹੁੰਦਾ ਹੈਗਾ ਆ, ਅਸੀਂ ਉਹਨਾਂ ਦਾ ਹਰੇਕ ਤਰ੍ਹਾਂ ਕੰਮ ਕਰਦੇ ਹਾਂ, ਰਾਤ ਦਿਨ ਡਿਊਟੀ ਕਰਦੇ ਹਾਂ, ਸ਼ਨੀਵਾਰ ਐਤਵਾਰ ਛੁੱਟੀ ਵਾਲੇ ਦਿਨ ਵੀ ਕੰਮ ਕਰਕੇ ਦਿੰਦੇ ਆ। ਪਰ ਉਹਨਾਂ ਦਾ ਫਰਜ਼ ਨਹੀਂ ਬਣਦਾ ਵੀ ਸਾਡਾ ਮਤਲਬ ਇੰਨੇ ਦਿਨਾਂ ਦਾ ਸੰਘਰਸ਼ ਚੱਲ ਰਿਹਾ ਵੀ ਉਹਨੂੰ ਮਤਲਬ ਸਿਰੇ ਚਾੜਿਆ ਜਾਵੇ। ਅਸੀਂ ਕਹਿੰਦੇ ਆ ਵੀ ਸਾਨੂੰ ਬਰਾਬਰ ਤਨਖਾਹ ਦੇ ਦਿਓ, ਪੇ ਸਕੇਲ ਲਾਗੂ ਕਰ ਦਿਓ। ਜੇ ਤੁਸੀਂ ਰੈਗੂਲਰ ਕਰਨ ਵਿੱਚ ਤੁਹਾਨੂੰ ਸਮਾਂ ਲੱਗਦਾ ਹੈ ਉਹ ਟਾਈਮ ਲੈ ਲਿਓ, ਪਰ ਫਿਰ ਵੀ ਉਹ ਸਾਨੂੰ ਪੱਕੇ ਕਰਨ ਵਿੱਚ ਮਤਲਬ ਕੋਈ ਵੀ ਉਹਨਾਂ ਦੀ ਰੁਚੀ ਨਹੀਂ ਆ। ਅਸੀਂ ਬਾਰ-ਬਾਰ ਅਸੀਂ ਧਰਨੇ ਲਾ ਰਹੇ, ਅਸੀਂ ਇਹੀ ਕਹਿੰਦੇ ਆ ਵੀ ਜੇ ਹੁਣ ਇਹਨਾਂ ਨੇ ਸਾਡੀ ਗੱਲ ਥੋੜ੍ਹੇ ਦਿਨਾਂ ਤੱਕ ਨਾ ਸੁਣੀ ਤਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ ਤੇ ਇਹਨਾਂ ਨੂੰ ਮਜਬੂਰ ਕਰਾਂਗੇ ਵੀ ਸਾਨੂੰ ਪੱਕਾ ਕੀਤਾ ਜਾਵੇ। ਧੰਨਵਾਦ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਇਹ ਜੋ ਅੱਜ ਧਰਨਾ ਸਾਡਾ ਲੱਗਿਆ ਹੋਇਆ ਜਾਂ ਚੰਡੀਗੜ੍ਹ ਜੋ ਅਸੀਂ ਜਾਮ ਕੀਤਾ ਸੀਗਾ, ਇਹਦਾ ਲਗਾਉਣ ਦਾ ਮੁੱਖ ਮੰਤਵ ਸਾਡਾ ਜਿਹੜਾ ਸੀਗਾ ਉਹ ਆਪਣੀ ਗੱਲ ਗੂੰਗੀ ਤੇ ਬਹਿਰੀ ਸਰਕਾਰ ਦੇ ਕੰਨਾਂ ਤੱਕ ਪਾਣੀ ਸੀ। ਕਿਉਂਕਿ ਇਹ ਜੋ ਮੁਲਾਜ਼ਮ ਸਾਡੇ ਪਿੱਛੇ ਬੈਠੇ ਨੇ, ਇਹ ਤਕਰੀਬਨ 15 ਤੋਂ 20 ਸਾਲ 18 ਸਾਲ ਇਹਨਾਂ ਨੂੰ ਹੋ ਗਏ ਨੇ। ਇਹ ਕੱਚੇ ਤੌਰ ਤੇ ਡਿਪਾਰਟਮੈਂਟ ਵਿੱਚ ਮਹਿਕਮੇ 'ਚ ਕੰਮ ਕਰ ਰਹੇ ਨੇ, ਬਹੁਤ ਹੀ ਨਿਗੂਣੀਆਂ ਜਿਹੀਆਂ ਤਨਖਾਹਾਂ ਦੇ ਉੱਤੇ। ਤੇ ਰੋਸ ਕਦੋਂ ਪ੍ਰਗਟ ਹੋਇਆ, ਤਕਲੀਫ ਕਦੋਂ ਹੋਈ? ਜਦੋਂ ਸਰਕਾਰ ਨੇ ਇੱਕ ਝੂਠ ਦਾ ਪਲੰਦਾ ਆਪਣੀ ਵਾਹਵਾਹੀ ਲਈ ਤੇ ਆਪਣੇ ਲਈ ਕਿ ਸਾਨੂੰ ਅੱਗੇ ਵੀ ਵੋਟ ਮਿਲ ਜੇਗੀ ਜਾਂ ਅਸੀਂ ਅੱਗੇ ਵੀ ਰਿਪੀਟ ਹੋ ਜਾਵਾਂਗੇ, ਉਹਦੇ ਲਈ ਸਾਡੇ ਜਜ਼ਬਾਤਾਂ ਨਾਲ ਖੇਡਿਆ। ਤੇ ਸਰਕਾਰ ਨੇ ਕਿੱਦਾਂ ਖੇਡਿਆ? ਇੱਕ ਹੋਰਡਿੰਗ ਲਗਾਤੇ ਕਿ 36000 ਮੁਲਾਜ਼ਮ ਅਸੀਂ ਪੱਕੇ ਕਰਤੇ ਜੀ। ਠੀਕ ਹੈ ਜੀ। ਜਦੋਂ ਉਹਦੇ ਕਲੋਜ਼ ਪੜ੍ਹੇ, ਉਹਦੇ ਵਿੱਚ ਲੱਗੇ ਜਿਹੜੇ ਉਹਦੇ ਵਿੱਚ ਨੋਰਮਸ ਸ਼ਰਤਾਂ ਪੜ੍ਹੀਆਂ, ਤਾਂ ਉਹ ਮੈਨੂੰ ਨਹੀਂ ਲੱਗਦਾ ਵੀ, ਮੈਂ ਪਹਿਲੇ ਵੀ ਕਿਹਾ ਸੀਗਾ ਵੀ ਮੈਂ ਇੱਥੇ ਅਸੀਂ ਖੜ੍ਹ ਕੇ ਅਸੀਂ ਆਪਣੀ ਯੂਨੀਅਨ ਵੱਲੋਂ ਸਨਮਾਨਿਤ ਕਰਾਂਗੇ, ਇਨਾਮ ਵੀ ਦੇਵਾਂਗੇ ਜੇ ਕੋਈ ਬੰਦਾ 3600 ਵੀ ਗਣਾ ਦੇਵੇ।
36000 ਦੇ ਬਹੁਤ ਦੂਰ ਦੀ ਗੱਲ ਹੈ। ਜੇ ਅਸੀਂ ਬੋਰਡ ਕਾਰਪੋਰੇਸ਼ਨ ਵੀ ਲੈ ਲਈਏ ਨਾਲ, NHM ਵੀ 12,500-13,000 ਬੰਦਾ ਵਿੱਚ ਪਾ ਲਈਏ ਤਾਂ ਵੀ 36000 ਬੰਦਾ ਨਹੀਂ ਹੁੰਦਾ। ਮੇਰੇ ਖਿਆਲ 28,000-29,000 ਬੰਦਾ ਫਿਰ ਵੀ ਇੰਨਾ ਕੀ ਹੁੰਦਾ। ਸਰਕਾਰ ਨੇ ਕਿਹੜੇ 36000 ਪੱਕੇ ਕੀਤੇ? ਅਗਰ ਦੇਖਿਆ ਜਾਵੇ ਤਾਂ ਸਾਡੇ ਜਿਹੜੇ ਰੋਡਵੇਜ ਵਾਲੇ ਉਹ ਵੀ ਬੈਠੇ ਹੈ, ਆਂਗਣਵਾੜੀ ਵਾਲੇ ਬੈਠੇ, ANM ਸਾਡਾ ਹੀ ਇੱਕ ਕੈਡਰ ਹੈ ਉਹ ਬੈਠਾ ਹੋਇਆ, ਕਿੰਨੇ ਹੀ ਮਹਿਕਮੇ ਟੀਚਰ ਬੈਠੇ ਹੈ। ਫਿਰ ਉਹ ਕਿਸ ਚੀਜ਼ ਦੀ ਦਲੀਲ ਦੇ ਕੇ ਕਹਿ ਰਹੇ ਹੈ ਕਿ 36000 ਬੰਦਾ ਪੱਕਾ ਕੀਤਾ? ਤਕਲੀਫ ਇਸੇ ਚੀਜ਼ ਦੀ ਹੈ ਵੀ ਸਾਡੇ ਸਿਰ ਤੇ ਇਹਨਾਂ ਨੇ ਕਰੋਨਾ ਦੀ ਫਤਿਹ ਕੀਤੀ। ਉਸ ਵੇਲੇ ਕਹਿੰਦੇ ਸੀ ਤੁਸੀਂ ਕਰੋਨਾ ਯੋਧੇ ਹੋ, ਤੁਸੀਂ ਸਪੂਤ ਹੋ ਦੇਸ਼ ਦੇ, ਸਾਡੇ ਤੇ ਫੁੱਲਾਂ ਦੀ ਵਰਖਾ ਵੀ ਕੀਤੀ। ਮੈਨੂੰ ਯਾਦ ਹੈ ਮੁੱਖ ਮੰਤਰੀ ਸਾਹਿਬ ਜੋ, ਕਿਉਂਕਿ ਸਾਡੇ ਕੇਸ ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਕੇਸ ਜਿਹੜੇ ਨਿਕਲੇ ਸੀਗੇ ਉਹ ਸਾਡੇ ਇੱਥੇ ਨਿਕਲੇ ਸੀ ਨਵਾਂ ਸ਼ਹਿਰ ਦੇ ਵਿੱਚ ਪਠਲਾਵਾ। ਉਦੋਂ ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ ਕੀ ਚੀਜ਼ ਹੈ, ਇਹ ਕਿਵੇਂ ਫੈਲੂਗਾ। 에ਅਰਬੋਰਨ WHO ਨੂੰ ਵੀ ਪਤਾ ਨਹੀਂ ਸੀ 에ਅਰਬੋਰਨ ਹੈ ਕਿ ਨਹੀਂ ਹੈ, ਨਾ ਕਿਸੇ ਨੂੰ ਪਤਾ ਸੀ ਕਿ ਕਿਵੇਂ ਬਚਣਾ। ਅਸੀਂ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ। ਇਸ ਲਈ ਨਹੀਂ ਕੀਤੀ ਕਿਉਂਕਿ ਅਸੀਂ ਇਹ ਡਿਪਾਰਟਮੈਂਟ ਇੱਕ ਮਹਿਕਮੇ 'ਚ ਆਏ ਹਾਂ ਲੋਕਾਂ ਦੀ ਸੇਵਾ ਲਈ, ਠੀਕ ਹੈ ਜੀ। ਅਸੀਂ ਉਸ ਵੇਲੇ ਵੀ ਦਿਨ ਰਾਤ ਇੱਕ ਕਰਕੇ ਸੈਂਪਲਿੰਗ ਕੀਤੀ। ਜਿਹੜੇ ਪਹਿਲੀ ਉਹਦੇ ਵਿੱਚ ਪੇਸ਼ੈਂਟ ਆਏ ਸੀਗੇ ਉਹਨਾਂ ਨੂੰ ਤੰਦਰੁਸਤ ਕੀਤਾ ਤੇ ਘਰ ਭੇਜੇ। ਉਦੋਂ ਸਰਕਾਰਾਂ ਨੇ ਕਿਹਾ ਜੀ ਤੁਸੀਂ ਸਾਡੇ ਯੋਧੇ ਹੋ, ਤੁਸੀਂ ਉਦੋਂ ਵੀ ਸਾਡੇ ਨਾਲ ਵਿਤਕਰਾ ਕੀਤਾ ਗਿਆ। ਉਦੋਂ ਵੀ ਅਗਰ ਦੇਖਿਆ ਜਾਵੇ ਤਾਂ ਜਿਹੜੇ ਵੱਡੇ ਇਨਾਮ ਸੀ ਇਹਨਾਂ ਨੇ ਆਪਣੇ ਬੰਦਿਆਂ ਨੂੰ ਆਪਣੇ ਚਮਚਿਆਂ ਨੂੰ ਦਬਾਤੇ, ਠੀਕ ਹੈ ਜੀ। ਸਾਡੀਆਂ ਜ਼ਮੀਰਾਂ ਨੂੰ ਚੋੜ ਕੀਤੀ ਇਹਨਾਂ ਨੇ। ਪਰ ਅੱਜ ਜਦੋਂ 36000 ਦਾ ਬੋਰਡ ਦੇਖਿਆ ਨਾ, ਸਾਡੇ ਕੋਲ ਰਿਹਾ ਨਹੀਂ ਗਿਆ। ਅਸੀਂ ਇਹੀ ਪੁੱਛਦੇ ਹਾਂ ਵੀ ਕਿਹੜੇ 36000 ਬੰਦੇ ਆ ਉਹ, ਅਤੇ ਸਾਡਾ ਕੀ ਕਸੂਰ ਸੀ? ਇਹ ਕਹਿੰਦੇ ਜੀ ਸੈਂਟਰ ਦੀ ਸਕੀਮ ਹੈ। ਚਲੋ ਸੈਂਟਰ ਦੀ ਸਕੀਮ ਹੈ, ਮੰਨ ਲੈਂਦੇ ਹਾਂ। ਸੈਂਟਰ ਨੂੰ ਅਸੀਂ ਚਿੱਠੀ ਭੇਜੀ ਸੀ, ਇੱਥੋਂ RTI ਪਾਈ ਸੀ, ਉਹਦੇ 'ਚ ਸਪਸ਼ਟ ਰੂਪ 'ਚ ਲਿਖਿਆ ਹੈ ਵੀ ਸੈਂਟਰ ਦੀ ਸਕੀਮ ਤਾਂ ਜ਼ਰੂਰ ਹੈ, ਅਸੀਂ ਏਡ ਕਰਦੇ ਹਾਂ 60%, 40% ਜੋ ਪੈਸਾ ਉਹ ਪਾਏਗੀ ਸਟੇਟ ਗੌਰਮੈਂਟ, ਅਤੇ ਅਸੀਂ PIP ਜੋ ਤਨਖਾਹ ਹੈ ਉਹ ਅਸੀਂ ਤੈਅ ਨਹੀਂ ਕਰਦੇ। ਇਹ ਸੈਂਟਰ ਨਹੀਂ ਤੈਅ ਕਰਦੀ, ਇਹ ਸਟੇਟ ਗੌਰਮੈਂਟ ਤੈਅ ਕਰੇ। ਇਸੇ ਚੀਜ਼ ਦੇ ਉੱਪਰ, ਇਸ ਦੀ ਤਰਜ਼ ਦੇ ਉੱਤੇ ਹਰਿਆਣਾ ਗੌਰਮੈਂਟ ਨੇ, ਉਸ ਤੋਂ ਬਾਅਦ ਦਿੱਲੀ ਗੌਰਮੈਂਟ ਨੇ, ਫਿਰ ਰਾਜਸਥਾਨ ਗੌਰਮੈਂਟ ਨੇ ਆਪਣੇ ਮੁਲਾਜ਼ਮ ਤਕਰੀਬਨ ਪੱਕੇ ਕਰ ਦਿੱਤੇ ਜਾਂ ਉਹਨਾਂ ਨੂੰ ਬਰਾਬਰ ਕੰਮ ਤੇ ਬਰਾਬਰ ਤਨਖਾਹ ਦਿੱਤੀ। ਪਰ ਪੰਜਾਬ ਗੌਰਮੈਂਟ ਜਿਹੜੀ ਅੱਜ ਦੀ ਡੇਟ 'ਚ ਸਭ ਤੋਂ ਮਹਿੰਗੀਆਂ ਗੱਡੀਆਂ 'ਚ ਘੁੰਮਦੀ, ਸਭ ਤੋਂ ਜ਼ਿਆਦਾ ਭੱਤੇ ਲੈ ਰਹੀ, ਸਭ ਤੋਂ ਵੱਧ ਸਿਕਿਉਰਿਟੀ ਲੈ ਰਹੀ, ਸਭ ਤੋਂ ਜ਼ਿਆਦਾ ਹੈਲੀਕਾਪਟਰ ਝੂਟੇ ਲੈ ਰਹੀ, ਉਹ ਇਹ ਕਹਿ ਰਹੀ ਅਸੀਂ ਗਰੀਬ ਹਾਂ ਜੀ, ਸਾਡੇ ਕੋਲ ਪੈਸਾ ਨਹੀਂ ਦੇਣ ਨੂੰ। ਆਪਣੀ ਜੇਬ 'ਚ ਪਾਉਣ ਲਈ ਪੈਸਾ ਹੈਗਾ, ਇੱਕ ਮੁਲਾਜ਼ਮ ਦੀ ਜੇਬ 'ਚ ਪਾਉਣ ਲਈ ਪੈਸਾ ਨਹੀਂ ਹੈ ਸਰਕਾਰ ਦੇ ਕੋਲ। ਅਸੀਂ ਸਰਕਾਰ ਨੂੰ ਇੱਕੋ ਹੀ ਮੰਗ ਕਰਦੇ ਹਾਂ ਵੀ ਜਿਹੜੇ ਸਾਡੇ ਮੁਲਾਜ਼ਮ DC ਰੇਟ ਤੋਂ ਘੱਟ ਪੈਸੇ 'ਤੇ ਵੀ ਕੰਮ ਕਰ ਰਹੇ ਹੈ, ਉਹਨਾਂ ਨਾਲ ਖਿਲਵਾੜ ਨਾ ਕੀਤਾ ਜਾਵੇ, ਉਹਨਾਂ ਦੇ ਭਵਿੱਖ ਨਾਲ ਖਿਲਵਾੜ ਨਾ ਕੀਤਾ ਜਾਵੇ। ਘੱਟੋ ਘੱਟ ਸਾਡੇ ਮੁਲਾਜ਼ਮ ਦੀ ਜੇ ਬਣਦੀ ਤਨਖਾਹ ਹੈ ਉਹ ਸਾਨੂੰ ਦਿੱਤੀ ਜਾਵੇ, ਨਹੀਂ ਤਾਂ ਇਹ ਸੰਘਰਸ਼ ਇੰਨਾ ਤਿੱਖਾ ਹੋ ਜਾਏਗਾ ਫਿਰ ਸਾਨੂੰ ਕਹਿਣ 'ਤੇ ਮਜਬੂਰ ਹੋਣਾ ਪੈ ਜਾਏਗਾ, ਨਹੀਂ ਡਰਦੇ ਤੇਰੀ ਘੁਰਕੀ ਤੋਂ ਖਿੱਚ ਲਵਾਂਗੇ ਕੁਰਸੀ ਤੋਂ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ NHM ਯੂਨੀਅਨ ਦਾ ਮੈਂਬਰ ਡਾਕਟਰ ਜਤਿੰਦਰ ਸੰਧੂ, ਆਯੁਰਵੈਦਿਕ ਮੈਡੀਕਲ ਅਫਸਰ, ਜਿਹੜਾ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਥਰੂ ਪੰਜਾਬ ਸਰਕਾਰ ਦੇ ਲੈਬ ਟੈਸਟ ਵਿੱਚ ਤੇ ਇੰਟਰਵਿਊਆਂ ਦੇ ਕੇ ਪਾਸ ਹੋ ਕੇ ਇੱਥੇ ਆਇਆ ਤੇ ਟੈਗ ਕੀ ਲੱਗਿਆ ਕੱਚਾ ਮੁਲਾਜ਼ਮ। ਇਹ ਕੱਚੇ ਮੁਲਾਜ਼ਮ ਦੀਆਂ ਨੀਤੀਆਂ ਹਰ ਮਹਿਕਮੇ ਦੇ ਵਿੱਚ, ਭਾਵੇਂ ਉਹ ਸਿਹਤ ਹੋਵੇ, ਭਾਵੇਂ ਉਹ ਹੈਲਥ, ਭਾਵੇਂ ਉਹ ਆਪਣੇ ਐਜੂਕੇਸ਼ਨ ਹੋਵੇ, ਭਾਵੇਂ ਉਹ ਟਰਾਂਸਪੋਰਟ ਹੋਵੇ, ਭਾਵੇਂ ਉਹ ਕੋਈ ਵੀ ਮਹਿਕਮਾ ਜਿਹੜਾ ਕਿ ਇੱਕ ਸਟੇਟ ਦੇ ਵਿੱਚ ਪੰਜਾਬ ਸਰਕਾਰ ਦੇ ਥਰੂ ਟੈਸਟ ਲਿਆਂ ਦੇ ਥਰੂ ਭਰਤੀ ਹੁੰਦੀ ਹੈ ਤੇ ਟੈਗ ਲੱਗਦਾ ਕੱਚੇ ਮੁਲਾਜ਼ਮ। ਇਹ ਪਤਾ ਨਹੀਂ ਸਰਕਾਰਾਂ ਨੂੰ ਕਿਉਂ ਨਹੀਂ ਸਮਝ ਆਉਂਦੀ ਵੀ ਕਿਉਂ ਇਹ ਟੈਸਟ ਬਰਾਬਰ, ਇੰਟਰਵਿਊਆਂ ਬਰਾਬਰ, ਉਹ ਪੋਸਟਾਂ ਜਿਹੜੀਆਂ ਉਹਨਾਂ ਰੈਗੂਲਰ ਮੁਲਾਜ਼ਮਾਂ ਦੇ ਰਾਹੀਂ ਰੱਖੀਆਂ ਉਹਨਾਂ 'ਤੇ ਹੀ ਰੱਖੇ ਮੁਲਾਜ਼ਮ, ਇਹ ਕਿਉਂ ਕੱਚਿਆਂ 'ਚ ਰੱਖਿਆ ਜਾਂਦਾ? ਕਿਉਂ ਜਿਹੜੀ ਇੱਕ ਪੱਕੇ ਮੁਲਾਜ਼ਮ ਨੂੰ 1 ਲੱਖ ਰੁਪਏ ਤਨਖਾਹ ਤੇ ਜਿਹੜੇ ਕੱਚੇ ਨੂੰ 10,000 ਤੇ ਰੱਖਿਆ ਜਾਂਦਾ? ਕਿਉਂ ਇਹ ਰੱਖਿਆ ਜਾਂਦਾ? ਇਹ ਸਰਕਾਰ ਦੀਆਂ ਗਲਤ ਨੀਤੀਆਂ ਦੇ ਵਿਰੁੱਧ ਅਸੀਂ ਇੱਥੇ ਇਕੱਠੇ ਹੋਏ ਹਾਂ। ਸਾਡਾ ਇਹ ਹੱਲਾ ਬੋਲ ਨੈਸ਼ਨਲ ਹੈਲਥ ਮਿਸ਼ਨ ਮੇਰੇ ਖਿਆਲ ਨਾਲ ਸਮੂਹਿਕ ਤੌਰ ਤੇ ਨਵਾਂ ਸ਼ਹਿਰ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਹੀ ਜਿਹੜਾ ਸਾਡਾ ਟਾਰਗੇਟ ਸੀਗਾ ਆਪਣੇ ਨੈਸ਼ਨਲ ਹਾਈਵੇਜ਼ ਜਾਂ ਚੌਂਕਸ ਨੂੰ ਬਲੌਕ ਕਰਨਾ, ਇਹ ਸਰਕਾਰ ਨੂੰ ਇਹ ਦੱਸਣਾ ਸੀ, ਉਹਨਾਂ ਦੇ ਕੰਨਾਂ ਦੇ ਵਿੱਚ ਇਹ ਗੱਲ ਪਾਉਣੀ ਸੀ ਵੀ ਕੱਚੇ ਮੁਲਾਜ਼ਮਾਂ ਦਾ ਕੁਝ ਸੋਚੋ, ਕੁਝ ਸਮਝੋ। ਇਹ ਨਹੀਂ ਹੈਗਾ ਵੀ ਸਿਰਫ ਆਪਣੀਆਂ ਵੋਟਸ ਦੇ ਲਈ ਸੋਚੋ, ਇਹਨਾਂ ਨੂੰ ਕੁਝ ਸਹੂਲਤਾਂ ਵੀ ਦਿਓ, ਉਹਨਾਂ ਮੁਲਾਜ਼ਮਾਂ ਨੂੰ ਉਹਨਾਂ ਦੇ ਬਣਦੇ ਹੱਕ ਦਿਓ। ਕਹਿਣ ਨੂੰ ਕਿ 36,000 ਮੁਲਾਜ਼ਮ ਪੱਕੇ ਕਰਤੇ, 36,000 ਦੇ ਹੈ ਕਿਹੜੇ ਆ ਮੰਤਰੀ ਸਾਹਿਬ? ਇਹ ਤਾਂ ਦੱਸੋ ਵੀ ਕਿਹਨਾਂ ਨੂੰ ਤੁਸੀਂ ਪੱਕੇ ਕੀਤਾ।
ਮੇਰੇ ਖਿਆਲ ਦੇ ਨਾਲ ਜੇ ਪੂਰੇ ਪੰਜਾਬ ਦੇ ਵਿੱਚ ਵੀ ਸਾਰੇ ਕੈਡਰਸ ਨੂੰ ਅਸੀਂ ਸੋਚ ਵੀ ਲਈਏ, ਹਰੇ ਮਹਿਕਮਿਆਂ ਨੂੰ ਅਸੀਂ ਸੋਚ ਵੀ ਲਈਏ, ਤਾਂ ਵੀ ਉਹ 36000 ਮੁਲਾਜ਼ਮ ਨਹੀਂ ਬਣਦੇ ਜਿਹੜੇ ਕੱਚੇ ਮੁਲਾਜ਼ਮ ਇਹਨਾਂ ਦੀਆਂ ਨੀਤੀਆਂ ਵਿੱਚ ਆ। ਸਿਰਫ ਫੂਕਾਂ ਮਾਰਨ ਨੂੰ ਗੱਲਾਂ, ਗੱਪਾਂ ਮਾਰਨ ਨੂੰ ਗੱਲਾਂ ਨਹੀਂ ਹੁੰਦੀਆਂ ਸਰਕਾਰਾਂ। ਇਹ ਤੁਹਾਨੂੰ ਸੋਚਣਾ ਚਾਹੀਦਾ ਵੀ ਕਿੱਦਾਂ ਕਿਸੇ ਸਹੂਲਤ ਦੇਣੀਆਂ, ਆਮ ਲੋਕਾਂ ਨੂੰ ਸਹੂਲਤ ਦੇਣੀਆਂ। ਦੂਜੀ ਗੱਲ ਇਹ ਵੀ ਬਹੁਤ ਜ਼ਰੂਰੀ ਆ, ਇਹ ਸਾਰੀਆਂ ਜਿਹੜੀਆਂ ਗੱਲਾਂ ਆ ਸਰਕਾਰ ਦੀਆਂ ਗਲਤ ਨੀਤੀਆਂ ਆ, ਇਹਨਾਂ ਨੀਤੀਆਂ ਕਰਕੇ ਪੰਜਾਬ ਦਾ ਫਿਊਚਰ ਰੁਲਦਾ ਪਿਆ, ਮਾਪਾ ਰੁਲਦਾ ਪਿਆ, ਇੱਥੇ ਬੁਢਾਪਾ ਰੁਲਦਾ ਪਿਆ। ਹਰ ਪੜ੍ਹਿਆ ਲਿਖਿਆ ਵਰਗ ਕੈਨੇਡਾ ਅਮਰੀਕਾ ਜਾਣ ਦੀਆਂ ਸੋਚਦਾ, ਪਿੱਛੇ ਉਹਦੇ ਮਾਪੇ ਰੁਲ ਜਾਂਦੇ ਆ, ਉਹਨਾਂ ਨੂੰ ਮੌਕੇ ਦੀਆਂ ਦਵਾਈਆਂ ਨਹੀਂ ਮਿਲਦੀਆਂ, ਕਈ ਵਾਰੀ ਕਮਰਿਆਂ 'ਚ ਬਏ ਮਾਪੇ ਮਰ ਜਾਂਦੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ। ਉਹ ਸਾਰੀਆਂ ਜਿਹੜੀਆਂ ਹੈਗੀਆਂ ਵਜ੍ਹਾ ਉਹਦਾ ਮੋਟਾ ਕਾਰਨ ਕੀ ਆ, ਸਰਕਾਰਾਂ ਦੀਆਂ ਗਲਤ ਨੀਤੀਆਂ। ਇਹਨਾਂ ਨੀਤੀਆਂ ਦੇ ਵਿਰੁੱਧ ਮੈਂ ਸੋਚਦਾ ਕੱਲੀ ਮੇਰੀ ਲੜਾਈ ਨਹੀਂ, ਇਹ ਲੜਾਈ ਸਾਡੇ ਉਹ ਸਾਰੇ ਆਮ ਵਰਗ ਦੀ ਆ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਮੂਹਰੇ ਬੜਾ ਹੁੰਦਾ ਹੋਣਾ ਦੇਖਦੇ ਤੇ ਆਪਣੀਆਂ ਅੱਖਾਂ ਮੂਹਰੇ ਉਹਨਾਂ ਨੂੰ ਸਾਰੇ ਜੋ ਉਹਨਾਂ ਦੇ ਅਧਿਕਾਰ ਬਣਦੇ ਉਹਨਾਂ ਲਈ ਸੋਚਦੇ ਆ। ਇਸ ਕਰਕੇ ਇਹ ਸਾਡੀ ਲੜਾਈ ਕੱਲੀ NHM ਦੀ ਨਹੀਂ, ਇਹ ਲੜਾਈ ਹਰ ਉਹ ਵਰਗ ਦੀ ਆ ਜਿਹੜਾ ਮਾਪਾ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਉਹਨਾਂ ਨੂੰ ਸੁੱਖ ਸਹੂਲਤ ਦੇਣੀ ਚਾਹੁੰਦਾ। ਕੋਈ ਨਹੀਂ ਚਾਹੁੰਦਾ ਕਿ ਉਹਦੀ ਔਲਾਦ ਰੁਲੇ, ਉਹਨਾਂ ਦੀਆਂ ਕੁੜੀਆਂ ਉਹਨਾਂ ਦੇ ਮੁੰਡੇ ਜਾ ਕੇ ਕੈਨੇਡਾ ਅਮਰੀਕਾ ਜਾ ਕੇ ਦਿਹਾੜੀਆਂ ਕਰਨ। ਲਾਹਣਤਾਂ ਇਦਾਂ ਦੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਸਾਰੀਆਂ ਨੀਤੀਆਂ ਗਲਤ ਬਣਾ ਕੇ ਐਜੂਕੇਟਡ ਬੰਦੇ ਨੂੰ ਹੀ ਰੋਲ ਕੇ ਰੱਖਤਾ, ਐਜੂਕੇਟਡ ਭਵਿੱਖ ਨੂੰ ਹੀ ਰੋਲ ਕੇ ਰੱਖਤਾ। ਇਸ ਕਰਕੇ ਮੇਰੀ ਸਾਰਿਆਂ ਨੂੰ ਅਰਜ਼ ਬੇਨਤੀ ਆ, ਸਾਡੇ ਨਾਲ ਅੱਜ ਬਹੁਤ ਯੂਨੀਅਨਾਂ ਬਹੁਤ ਜਥੇਬੰਦੀਆਂ ਇਕੱਠੀਆਂ ਸਾਡੇ ਨਾਲ ਸੀ, ਧੰਨਵਾਦ ਹੈ ਉਹਨਾਂ ਦਾ। ਅੱਗੇ ਤੋਂ ਇਹ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ, ਮਾਫੀ ਮੰਗਦੇ ਉਹਨਾਂ ਲੋਕਾਂ ਤੋਂ ਜਿਹੜੇ ਸਾਡੇ ਕਰਕੇ ਹਰਾਸ ਹੋਏ ਜਦੋਂ ਅਸੀਂ ਨਾਕਾਬੰਦੀ ਕੀਤੀ ਸੀ, ਅਸੀਂ ਚੌਂਕ ਦੇ ਵਿੱਚ ਰੋਕ ਲਾਈ ਸੀ, ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਸਾਡੇ ਨਾਲ ਬੈਠੇ ਸੀ। ਤੇ ਧੰਨਵਾਦ ਆ ਉਹ ਸਾਰੇ ਲੋਕਾਂ ਦਾ ਜਿਨ੍ਹਾਂ ਨੂੰ ਸਾਡੀ ਸਮਝ ਆ ਕੇ ਸਾਡੇ ਨਾਲ ਅੱਗੇ ਤੋਂ ਸਾਡੇ ਨਾਲ ਚੱਲਣਗੇ। ਧੰਨਵਾਦ ਜੀ। ਦੇਖਿਆ ਕਿ ਕਿਸ ਤਰ੍ਹਾਂ ਕੌਮੀ ਸਿਹਤ ਮਿਸ਼ਨ ਕਾਮਿਆਂ ਨੇ, ਕਰੋਨਾ ਵਾਰੀਅਰ ਨੇ, ਜਿਹੜੇ ਕਰੋਨਾ ਯੋਧਿਆਂ ਨੇ ਵੀ ਅੱਜ ਜਿਹੜਾ ਸਰਕਾਰ ਦੇ ਖਿਲਾਫ ਹੈ ਉਹ ਵੱਡੇ ਪੱਧਰ ਉੱਤੇ ਜਿਹੜਾ ਮੋਰਚਾ ਖੋਲ੍ਹ ਦਿੱਤਾ ਹੈ। ਇੱਥੇ ਤੱਕ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਹਾਈਵੇ ਜਾਮ ਕਰਕੇ ਅੱਜ ਜਿਹੜਾ ਉਹਨਾਂ ਨੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਹੈ। ਤੇ ਇਹ ਵੀ ਸਾਹਮਣੇ ਆਇਆ ਕਿ ਸਰਕਾਰ ਜਿੱਥੇ ਵੱਡੇ ਵਾਅਦੇ ਕਰਦੀ ਪਈ ਆ, 36000 ਕੱਚੇ ਮੁਲਾਜ਼ਮਾਂ ਨੂੰ ਜਿਹੜਾ ਪੱਕਾ ਕਰ ਦਿੱਤਾ ਗਿਆ ਸਰਕਾਰ ਵੱਲੋਂ, ਤੇ ਮੁਲਾਜ਼ਮਾਂ ਨੇ ਤੇ ਇਹਨਾਂ ਕੱਚੇ ਮੁਲਾਜ਼ਮਾਂ ਨੇ ਇਹ ਦੋਸ਼ ਵੀ ਲਾਇਆ ਕਿ ਸਰਕਾਰ ਕੋਈ ਡਾਟਾ ਨਹੀਂ ਦੱਸ ਰਹੀ ਵੀ 36000 ਕਿਹੜੇ ਮੁਲਾਜ਼ਮ ਹੈ, ਤੇ ਅਸੀਂ ਸੜਕਾਂ ਦੇ ਉੱਤੇ ਆ। ਸਾਡੀ ਮੰਗ ਤਾਂ ਅਜੇ ਤੱਕ ਜਿਹੜੀ ਆ ਉਹ ਪੂਰੀ ਨਹੀਂ ਹੋ ਸਕੀ, ਤੇ ਇਹਨਾਂ ਨੇ ਅੱਜ ਜਿਹੜਾ ਜ਼ੋਰਦਾਰ ਹੱਲਾ ਬੋਲਦੇ ਹੋਏ ਪੂਰੇ ਪੰਜਾਬ ਦੇ ਵਿੱਚ ਕੀਤੇ। ਇਸੇ ਤਰ੍ਹਾਂ ਹੀ ਇਹ ਨਵਾਂ ਸ਼ਹਿਰ ਦੇ ਵਿੱਚ ਵੀ ਜਿਹੜਾ ਪੂਰੇ ਚੰਡੀਗੜ੍ਹ ਚੌਂਕ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਕਰਕੇ ਆਪਣੀ ਜਿਹੜੀ ਆਵਾਜ਼ ਹੈ ਇਹਨਾਂ ਨੇ ਬੁਲੰਦ ਕੀਤੀ ਹੈ। ਤੇ ਹੁਣ ਦੇਖਣਾ ਹੋਏਗਾ ਕਿ ਸਰਕਾਰ ਕਿਸ ਤਰ੍ਹਾਂ, ਹੁਣ ਜਿਸ ਤਰ੍ਹਾਂ ਕਿਹਾ ਜਾ ਰਿਹਾ ਵੀ ਕਰੋਨਾ ਦੀ ਤੀਜੀ ਲਹਿਰ, ਉਹ ਓਮੀਕਰੋਨ ਵੀ ਜਿਹੜੀ ਆ ਉਹਦਾ ਖਤਰਾ ਹੈ ਜਿਹੜਾ ਮੰਡਰਾ ਰਿਹਾ ਆ। ਸਰਕਾਰ ਆਉਣ ਵਾਲੀ ਪ੍ਰਸਥਿਤੀ ਨਾਲ ਨਿਬੜਨ ਲਈ ਜਿਹੜੀ ਹੁਣ ਇਹਨਾਂ ਕਰੋਨਾ ਯੋਧਿਆਂ ਵੱਲੋਂ ਵੀ ਪ੍ਰਸਥਿਤੀ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰ ਦਿੱਤੀ ਹੈ। ਸਰਕਾਰ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਹੱਲ ਕਰਦੀ ਹੈ, ਆਉਣ ਵਾਲੀ ਸਥਿਤੀ ਨਾਲ ਨਿਪਟਦੀ ਹੈ, ਇਹ ਦੇਖਣਾ ਹੋਏਗਾ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਦੇਖਦੇ ਰਹੋ ਨਿਰਭੈ TV। ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਕੈਮਰਾਮੈਨ ਅੰਮ੍ਰਿਤਪਾਲ ਸਿੰਘ ਪਾਲੀ ਦੇ ਨਾਲ ਹਰਦੀਪ ਸਿੰਘ ਗੋਹਣ।